ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪਿ ਸਚ ਜੁਗਾਦਿ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ। ਇਕ ਅਦੁੱਤੀ ਗੁਰੂ ਨਾਨਕ ਦੇਵਾ ਓੰਕਾਰ ਗੁਰ ਅੰਗਦ ਅਭੇਵਾ। ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰ ਬਾਰੇ। ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ। ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਏ। ਅਜੂਨੀ ਤੇਗ ਬਹਾਦਰ ਰਾਈ ਸੈਭੰ ਗੁਰ ਦਸ਼ਮੇਸ਼ ਸਹਾਈ। ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ। ਤੁਮਰੀ ਮਹਿਮਾ ਅਪਰ ਅਪਾਰਾ ਜਾਂ ਕਾ ਲਹਿਓ ਨ ਕਿਨਹੂ ਪਾਰਾ। ਦੇਵ ਦੇਵ ਰਾਜਨ ਕੇ ਰਾਜਾ ਦੀਨ ਦਇਆਲ ਗਰੀਬ ਨਵਾਜਾ। ਕਹਾਂ ਬੁੱਧ ਪ੍ਰਭ ਤੁਛ ਹਮਾਰੇ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸੋ ਕਹੋ ਟਲ ਗੁਰ ਸੇਵੀਆ ਅਹਨਿ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾ। ਵਾਰ ਸਲੋਕਾਂ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਸ਼ਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ਵਰ ਹੈ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ, ਆਪ ਸਰਬੱਤ ਸੰਗਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪੂਰਨਤਾ ਦਿਨ ਔਰ ਸਿੱਖ ਪੰਥ ਦੀ ਮਹਾਨ ਹਸਤੀ ਸੰਤ ਗਿਆਨੀ ਕਰਤਾਰ ਸਿੰਘ ਜੀ ਮਹਾਂਪੁਰਸ਼, ਜਿਨ੍ਹਾਂ ਦੀ ਸਾਲਾਨਾ ਯਾਦ ਮਨਾਉਣ ਵਾਸਤੇ ਇੱਥੋਂ ਦੇ ਸਮੂਹ ਗੁਰਮੁਖ ਪਿਆਰੇ ਹਰ ਸਾਲ ਵੱਡਾ ਉਪਰਾਲਾ ਕਰਦੇ ਹੈ। ਸੰਪਰਦਾਵਾਂ ਦੇ ਮੁਖੀ ਬੈਠੇ ਨੇ, ਇੱਕ ਦੋ ਇੱਕ ਝੜਨਦੀਆਂ ਕੌਣ ਜਾਣੇ ਮੇਰਾ ਨਾਂ ਜੀਓ। ਖਾਲਸਾ ਪੰਥ ਦੀ ਉਹ ਜਥੇਬੰਦੀ ਔਰ ਵਿਸ਼ੇਸ਼ ਕਰਕੇ ਸੰਪਰਦਾ ਦਮਦਮੀ ਟਕਸਾਲ ਦੇ ਨਾਲ, ਜਿਨ੍ਹਾਂ ਦਾ ਬਹੁਤ ਵੱਡੀ ਨੇੜਤਾ ਰਿਸ਼ਤਾ ਰਿਹਾ ਹੈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਘੋਰ ਅਪਮਾਨ ਵੇਲੇ ਬਰਗਾੜੀ ਵਾਲੇ ਕਾਂਡ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਜਿਸ ਸੰਪਰਦਾ ਦਾ ਸੀ, ਉਹ ਸੰਪਰਦਾ ਦੇ ਮੁਖੀ ਦਲ ਪੰਥ ਬਾਬਾ ਬਿਧੀ ਚੰਦ ਸਾਹਿਬ, ਉਹਨਾਂ ਦੇ 12ਵੇਂ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਜੀ ਬੈਠੇ ਹੈ। ਜੌਲਾਂ ਵਾਲੇ ਮਹਾਂਪੁਰਸ਼ ਬੈਠੇ ਨੇ ਔਰ ਕਾਰ ਸੇਵਾ ਵਾਲੇ ਮਹਾਂਪੁਰਸ਼ ਸਰਹਾਲੀ ਵਾਲੇ ਬਾਬਾ ਭੋਲਾ ਸਿੰਘ ਜੀ, ਹੋਰ ਨਿਹੰਗ ਸਿੰਘ ਜਥੇਬੰਦੀਆਂ ਮਹਾਂਪੁਰਸ਼ਾਂ ਦੇ ਹੋਰ ਸੰਗੀ ਬੈਠੇ ਹੈ। ਸਾਡੀ ਸੰਪਰਦਾ ਦੇ
ਵੱਡੇ ਮਹਾਂਪੁਰਖਾਂ ਦੇ ਨਿਵਾਜੇ ਹੋਏ ਗਿਆਨੀ ਗੁਰਦੇਵ ਸਿੰਘ ਜੀ, ਬਜ਼ੁਰਗ ਆਤਮਾ ਔਰ ਨਵੀਂ ਪੀੜ੍ਹੀ ਦੇ ਗਿਆਨੀ ਸਿੰਘ ਸਾਹਿਬਾਨ, ਬੇਅੰਤ ਹੀ ਗਿਆਨੀ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੈ। ਦਾਸ ਕੋਲ ਬਹੁਤਾ ਸਮਾਂ ਨਹੀਂ ਔਰ ਮੈਂ ਖੁਦ ਆਪਣੇ ਆਪ ਨੂੰ ਇੱਕ ਸ਼ਰਮ ਮਹਿਸੂਸ ਕਰਦਾ ਹਾਂ। ਸਿੰਘ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਕਥਾ ਤੁਸੀਂ ਕਰੋ, ਪਾਠ ਮੈਂ ਬੋਲਾਂਗਾ। ਐਸਾ ਸਮਾਂ ਇੱਕ ਵਾਰੀ ਦਮਦਮਾ ਆਇਆ ਸੀ। ਸੰਤ ਗਿਆਨੀ ਮਹਾਂਪੁਰਸ਼ ਵੱਡੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਅਤੇ ਉੱਧਰ ਤਖਤ ਦੇ ਕਥਾਵਾਚਕ ਗਿਆਨੀ ਚੰਨਣ ਸਿੰਘ ਜੀ, ਸੰਤ ਬਾਬਾ ਬਰਿਆਮ ਸਿੰਘ ਜੀ, ਸੰਪਰਦਾ ਭਾਈ ਮਨੀ ਸਿੰਘ ਜੀ, ਤਿੰਨੇ ਇਕੱਠੇ ਹੋਏ। ਪ੍ਰਬੰਧਕਾਂ ਨੇ ਇਹ ਕਹਿ ਦਿੱਤਾ, ਕਹਿੰਦੀ ਸਾਡੇ ਲਈ ਤਿੰਨੇ ਹੀ ਸਤਿਕਾਰਯੋਗ ਹੋ, ਹੁਣ ਤੁਸੀਂ ਫੈਸਲਾ ਕਰ ਲਓ ਵੀ ਅਰਦਾਸ ਕਿਹਨੇ ਕਰਨੀ ਹੈ, ਮੁੱਖ ਵਾਕ ਦਾ ਪਾਠ ਕਿਹਨੇ ਕਰਨਾ ਅਤੇ ਕਥਾ ਕਿਹਨੇ ਕਰਨੀ। ਅਤੇ ਦਾਸ ਦੇ ਉਹ ਬਚਨ ਯਾਦ ਹੈ, ਸਾਡੇ ਵੱਡੇ ਮਹਾਂਪੁਰਖਾਂ ਨੇ ਕਿਹਾ ਸੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ, ਕਹਿੰਦੇ ਜੀ ਕਥਾ ਦਾ ਪਾਠ ਮੈਂ ਬੋਲੂੰਗਾ ਅਤੇ ਅਰਦਾਸ ਇਹਨਾਂ ਦੋਨਾਂ 'ਚੋਂ ਇਹ ਚੁਣ ਲੈਣ ਵੀ ਮੈਂ ਪਾਠ ਮੈਂ ਬੋਲ ਦਿੰਦਾ। ਐਡੀ ਨਿਮਰਤਾ ਮਹਾਂਪੁਰਖਾਂ ਵਿੱਚ। ਉਸੇ ਵੇਲੇ ਗਿਆਨੀ ਚੰਨਣ ਸਿੰਘ ਕਹਿੰਦੇ ਜੀ ਮੈਂ ਨਹੀਂ ਇਹਨਾਂ ਦੇ ਸਾਹਮਣੇ ਕਥਾ ਕਰ ਸਕਦਾ, ਮੈਂ ਤਾਂ ਅਰਦਾਸ ਹੀ ਕਰੂੰਗਾ। ਬਾਬਾ ਬਰਿਆਮ ਸਿੰਘ ਜੀ ਕਹਿਣ ਲੱਗੇ ਜੀ ਮੈਂ ਕਥਾ ਨਹੀਂ ਕਰਨੀ, ਮੈਂ ਪਾਠ ਕਰੂੰਗਾ। ਅਰਥ ਮਹਾਂਪੁਰਖਾਂ ਨੇ ਕੀਤੇ। ਸਾਧ ਸਿੰਘ ਜੀ, ਮੈਂ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਸੀ, ਗਿਆਨੀ ਰਬੇਲ ਸਿੰਘ ਜੀ ਨੂੰ, ਆਪ ਵੱਡੇ ਹੋ, ਗੁਰੂ ਰਾਮਦਾਸ ਦੇ ਦਰ 'ਤੇ ਬਰਸ ਆਏ ਹੋ, ਪਾਠ ਮੈਂ ਬੋਲਦਾ ਅਤੇ ਅਰਥ ਤੁਸੀਂ ਕਰਦੇ ਹੋ। ਹਾਂ ਸਿੰਘ ਜੀ, ਇਹਨਾਂ ਨੇ ਅਸੀਸ ਮੈਨੂੰ ਦੇ ਦਿੱਤੀ। ਇਹਨਾਂ ਦੀ ਅਸੀਸ ਦੁਆਰਾ ਹਰ ਸਿੰਘ ਸਾਹਿਬ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਅਰਦਾਸੀਏ ਗੁਰੂ ਪਿਆਰੇ, ਜਿਨ੍ਹਾਂ ਨੂੰ ਲੱਖਾਂ ਲੋਕ ਦੇਖਦੇ ਹੈ, ਜੀਵਨ ਵਾਲੇ ਗੁਰਮੁਖ ਭਾਈ ਕੁਲਵਿੰਦਰ ਸਿੰਘ ਜੀ, ਸਾਰੀਆਂ ਸਤਿਕਾਰਤ ਹਸਤੀਆਂ ਹੋ। ਆਓ ਗੁਰੂ ਕਿਰਪਾ ਕਰੇ, ਕਿਉਂਕਿ ਸਮਾਂ ਬੜਾ ਸੀਮਿਤ ਹੈ। ਅਤੇ ਜਿਹੜਾ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 705 ਅੰਗ 'ਤੇ ਆਇਆ ਹੈ, ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਇਹ ਅੰਮ੍ਰਿਤਮਈ ਬਾਣੀ ਜੈਤਸਰੀ ਰਾਗਣੀ ਹੈ। ਜੈਤਸਰੀ ਰਾਗਣੀ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਮਹੱਲਾ ਪੰਜਵੇਂ ਤੋਂ ਭਾਵ ਹੈ ਪੰਜਵੇਂ ਸਰੂਪ ਗੁਰੂ ਨਾਨਕ ਸਾਹਿਬ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਨਾਲ ਦਿੱਤਾ ਵੀ ਵਾਰ ਤਾਂ ਹੈ ਇਹ, ਕੁਝ ਵਾਰਾਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ 'ਚ ਸਲੋਕ ਨਹੀਂ ਹੁੰਦੇ, ਜਿਵੇਂ ਬਸੰਤ ਦੀ ਵਾਰ ਹੈ, ਇਹਦੇ ਨਾਲ ਸਾਥ ਨਹੀਂ ਦਿੱਤਾ ਵੀ ਸਲੋਕਾਂ ਦੇ ਨਾਲ ਹੀ ਹੈ ਇਹ ਬਾਹਰ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਮੱਧ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੀ ਪਾਵਨ ਅੰਮ੍ਰਿਤ ਬਚਨ ਆਉਂਦਾ ਹੈ। ਦੋ ਤਿੰਨ ਗੱਲਾਂ ਕਰਨੀਆਂ ਜ਼ਰੂਰੀ ਨੇ, ਅਰਥ ਭਾਵੇਂ ਸੰਖੇਪ ਕਰ ਦਈਏ। ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਿਹੜਾ ਸਰੂਪ ਕਰਤਾਰਪੁਰ ਸਾਹਿਬ ਹੈ, ਉਹ ਸਰੂਪ ਦੇ ਸਾਧ ਸੰਗਤ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਗੁਰਦਾਸ ਸਾਹਿਬ ਜੀ ਨੂੰ ਇਹ ਹਦਾਇਤ ਕਰਕੇ ਵੀ ਇੱਕ ਇੱਕ ਜਿਹੜਾ ਅੰਗ ਹੈ ਉਹਦੇ ਉੱਤੇ ਅਸੀਂ ਅੰਗ ਕਹਿੰਦੇ ਹਾਂ। ਸਾਧ ਸੰਗਤ ਉਸ ਵੇਲੇ ਪੱਤਰੀ ਕਹੇ ਜਾਂਦੇ ਸਨ। ਕਹਿੰਦੇ ਉਹਨਾਂ ਦੀ ਪੂਰੀ ਗਿਣਤੀ ਕਰੋ, ਕੋਈ ਵੀ ਗਿਣਤੀ ਤੋਂ ਅੰਗ ਬਾਹਰ ਨਾ ਜਾਏ। ਉਸ ਵੇਲੇ ਦਾ ਇਹ ਸਾਧ ਸੰਗਤ ਜੀ ਇੱਕ ਅਸੂਲ ਸੀ, ਅਦਾਲਤਾਂ ਦਾ ਵੀ ਹੈ, ਕਿ ਦਸਤਾਵੇਜ਼ ਦੇ ਵਿੱਚੋਂ ਕੋਈ ਵੀ ਪੱਤਰ ਇੱਧਰ ਉੱਧਰ ਨਾ ਹੋ ਜਾਏ। ਉਹਦੇ 'ਤੇ ਜੱਜ ਦੇ ਵੀ ਸਾਈਨ ਹੁੰਦੇ, ਵਕੀਲਾਂ ਦੇ ਵੀ ਹੁੰਦੇ। ਮਹਾਰਾਜ ਸਾਹਿਬ ਨੇ ਇਹ ਸੋਚ ਕੇ ਕਿ ਐਡਾ ਵੱਡਾ ਇਹ ਖਜ਼ਾਨਾ, ਕਿਤੇ ਐਸਾ ਨਾ ਹੋਵੇ ਕੱਲ੍ਹ ਨੂੰ ਕੋਈ ਪੱਤਰਾਂ ਨਾ ਬਦਲ ਦੇਵੇ ਜਾਂ ਕੁਛ ਹੋਰ ਨਾ ਹੋ ਜਾਵੇ। ਇਹ ਜ਼ਿੰਮੇਵਾਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਨਿਭਾਈ। ਔਰ ਫਿਰ ਭਾਵਨਾ ਦੇਖੋ ਗੁਰੂ ਅਰਜਨ ਦੇਵ ਜੀ ਦੀ। ਅਸੀਂ ਤਾਂ ਕਹਿੰਦੇ ਹਾਂ ਜੀ ਗਿਆਨ ਇਹ ਅਖੇ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ ਹੈ। ਗੁਰੂ ਅਰਜਨ ਦੇਵ ਜੀ ਦੀ ਭਾਵਨਾ ਦੇਖੋ ਕੀ ਲਿਖਦੇ ਆ। ਉਸ ਵੇਲੇ ਗੁਰੂ ਤੇ ਬਾਬਾ ਸ਼ਬਦ ਵਰਤ ਕੇ ਨਾ ਗੁਰੂ ਗ੍ਰੰਥ ਸਾਹਿਬ ਵਾਸਤੇ ਲਿਖਦੇ ਨੇ, ਗੁਰੂ ਬਾਬਾ ਜੀ ਕੇ 974 ਪੱਤਰੇ। ਗੁਰੂ ਅਰਜਨ ਦੇਵ ਜੀ ਲਿਖਦੇ ਨੇ ਇਹ, ਗੁਰੂ ਬਾਬਾ ਜੀ ਕੇ 974 ਪੱਤਰੇ, ਔਰ 74ਵੇਂ ਪੱਤਰ ਦੇ ਉੱਤੇ ਰਾਗਮਾਲਾ ਹੈ। ਤੋ ਇਸ ਕਰਕੇ ਸਾਧ ਸੰਗਤ ਜੀ ਜਿਹੜੀ 9ਵੇਂ ਪਾਤਸ਼ਾਹ ਦੀ ਬਾਣੀ ਨਹੀਂ ਸੀ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਹ ਸੰਪੂਰਨ ਕੀਤਾ ਕਾਰਜ। ਦਮਦਮਾ ਸਾਹਿਬ ਦਮਦਮੀ ਟਕਸਾਲ ਦਾ ਪ੍ਰਾਰੰਭ ਹੋਇਆ, 48 ਸਿੰਘ ਭਰਾਏ। ਉਹਦੇ ਵਿੱਚ 2 ਸਾਧ ਸੰਗਤ ਜੀ ਰਾਜੇ ਵੀ ਸੀ। ਰਾਜਾ ਜੈ ਸਿੰਘ 18 ਵਰ੍ਹਿਆਂ ਦੀ ਉਮਰ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵਿਦਿਆਰਥੀ 48 ਸਿੰਘਾਂ 'ਚ। ਔਰ ਮੈਂ ਇੱਕ ਬੇਨਤੀ ਆਪ ਜੀ ਨੂੰ ਕਰਦੇ ਹਾਂ, ਆ ਜਿਹੜਾ ਪਿੱਛੇ ਜੇ ਚੌ ਚੜ੍ਹਿਆ ਸੀ ਨਾ ਸਾਨੂੰ ਨਵੇਂ ਕੈਲੰਡਰਾਂ ਦਾ, ਵੀ ਮੈਂ ਹੈਰਾਨ ਹਾਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿਦਿਆਰਥੀ ਦਾ ਬਣਾਇਆ ਕੈਲੰਡਰ ਤਾਂ ਨਹੀਂ ਸਾਡੇ ਠੀਕ ਆਇਆ। ਅਤੇ ਉਹ ਸਾਥ ਸੀ ਇੱਕ ਵਿਅਕਤੀ ਦਾ ਆ ਗਿਆ। ਗੁਰੂ ਗੋਬਿੰਦ ਸਿੰਘ ਦਾ ਥਾਪੜਾ ਲੈ ਕੇ, ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਅਸੀਸਾਂ ਲੈ ਕੇ ਉਹ ਤਾਰਾ ਵਿਗਿਆਨੀ ਵੀ ਸੀ,
ਉਹਨੇ ਜਪਜੀ ਸਾਹਿਬ ਦੇ ਵਿੱਚੋਂ ਇਹ ਤੁਕਾਂ ਪੜ੍ਹ ਕੇ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਧਰਤੀ ਥਾਪ ਰੱਖੀ ਧਰਮਸਾਲ ਤਿਸ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ। ਇੱਥੋਂ ਜਿਉਂ ਵਿਚਾਰ ਸਾਧ ਸਿੰਘ ਜੀ ਲਈ ਉਹਨੇ ਹਿੰਦੁਸਤਾਨ ਦੇ 4 ਥਾਵਾਂ ਤੇ ਪੱਥਰਾਂ ਦੇ ਉੱਤੇ ਉਹ ਕੈਲੰਡਰ ਉਕਰਿਆ ਜੀ ਤੋਂ ਲਾਭ ਅੱਜ ਹਿੰਦੁਸਤਾਨ ਦੇ ਬਾਹਮਣ ਪੱਤਰੀਆਂ ਬਣਾਉਂਦੇ ਨੇ। ਇਹ ਤਾਂ ਕਹਿੰਦੇ ਨੇ ਬਾਹਮਣਾਂ ਦਾ ਹੈ, ਪਰ ਸਿੱਖਾਂ ਦਾ ਹੈ। ਬਾਹਮਣ ਉੱਥੋਂ ਸਹਾਰਾ ਰਹਿੰਦੇ ਨੇ। ਇਹ ਸ਼ਰਾਰਤੀ ਲੋਕਾਂ ਨੇ ਕੀ ਕੀਤਾ ਵੀ ਕੱਲ੍ਹ ਨੂੰ ਜਦੋਂ ਇਹ ਭਾਂਡਾ ਜਾਂ ਫੁੱਟੂ ਨਾ ਵੀ ਸਿੱਖਾਂ ਦੀ ਕਮਾਈ, ਸਿੱਖ ਵਿਦਵਾਨਾਂ ਦੀ ਕਮਾਈ ਬਾਹਮਣ ਖਾਂਦੇ ਆ, ਉਦੋਂ ਪਹਿਲਾਂ ਕਹਿ ਦਿਓ ਵੀ ਬਾਹਮਣਾਂ ਦਾ, ਤਾਂ ਕਿ ਸਿੱਖ ਇਦੋਂ ਨਫ਼ਰਤ ਕਰਨ ਲੱਗ ਜਾਣ। ਤੁਹਾਡਾ ਆਪਣਾ ਉਹਦੇ ਵਿੱਚ ਸਾਥ ਸੀ 48 ਸਿੰਘਾਂ 'ਚ ਰਾਜਾ ਜੈ ਸਿੰਘ ਵੀ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਾਰੀ ਬਾਣੀ ਸੰਪੂਰਨਤਾ ਕੀਤੀ। ਦਮਦਮੀ ਟਕਸਾਲ ਦੀ ਪ੍ਰਾਰੰਭਤਾ ਹੋਈ ਉੱਥੋਂ, ਅਤੇ ਮਹਾਰਾਜ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਇੱਥੇ ਸ਼ਬਦ ਉਚਾਰਨ ਕੀਤਾ ਹੈ। ਮੈਂ ਇੱਥੇ ਬੇਨਤੀ ਕਰਦਾ, ਕੁਝ ਗੁਰਮੁਖ ਸ਼ੰਕਾ ਕਰਦੇ ਹੈ, ਕਹਿੰਦੇ ਜੀ ਤੁਸੀਂ ਮੱਧ ਦੀ ਅਰਦਾਸ ਕਰਦੇ ਹੋ, ਪਰ ਇਹ ਮੱਧ ਤਾਂ ਬਣਦਾ ਨਹੀਂ ਇੱਥੇ। 1430 ਅੰਗ ਨੇ ਗੁਰੂ ਗ੍ਰੰਥ ਸਾਹਿਬ ਦੇ, ਕੋਈ ਵੀ ਨਹੀਂ ਮੁੱਕਰ ਸਕਦਾ, ਨਾ ਮੈਂ ਤੁਸੀਂ। ਕਹਿੰਦੇ 1430 ਅੰਗ ਨੇ, ਫਿਰ ਉਸ ਹਿਸਾਬ ਤੋਂ 715 ਤੇ ਮੱਧ ਲੱਗਣਾ ਚਾਹੀਦਾ ਸੀ। ਇਹ ਸ਼ੰਕਾ ਹੈ। ਇਹਦਾ ਉੱਤਰ ਇਹ ਹੈ, ਵੱਡੇ ਜਥੇ ਦੇ ਵੇਲੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਬੜੇ ਆਦਰਣੀਏ ਉਹ ਮਹਾਂਪੁਰਸ਼ ਜਿਨ੍ਹਾਂ ਨੂੰ ਸਾਧ ਸਿੰਘ ਜੀ ਬਾਬਾ ਨਾਹਰ ਸਿੰਘ ਜੀ ਨਿਰਮਲੇ ਕਿਹਾ ਜਾਂਦਾ ਸੀ, 10ਵੇਂ ਦੇ ਉਹ ਸਾਧ ਸਿੰਘ ਜੀ ਸਾਡੇ ਜਥੇ ਦੇ ਵਿੱਚ ਸੀ, ਜਿਨ੍ਹਾਂ ਦੇ ਪੜ੍ਹਾਏ ਹੋਈ ਵਿਦਿਆ ਜਿਹੜੀ ਆ ਅੱਜ ਤੱਕ ਪ੍ਰਚਲਿਤ ਹੈ। ਅਤੇ ਉਹਨਾਂ ਨੇ ਇੱਕ ਇੱਕ ਸ਼ਬਦ ਗਿਣਿਆ, ਮਹਾਂਪੁਰਖਾਂ ਨੂੰ ਦੱਸਿਆ ਜੀ ਵੀ ਮੈਂ ਸਾਰੇ ਸ਼ਬਦ ਗਿਣ ਲਏ, ਅਤੇ ਮੱਧ ਜਿਹੜਾ ਲੱਗਦਾ ਸ਼ਬਦਾਂ ਦੇ ਹਿਸਾਬ ਸਿਰ ਪੂਰੇ ਇੱਥੇ ਹੀ ਅੱਧ ਬਣਦਾ ਜਿੱਥੇ ਗੁਰੂ ਅਰਜਨ ਦੇਵ ਜੀ ਨੇ ਮੱਧ ਕਿਹਾ ਹੈ। ਸੋ ਇਹ ਸਾਧ ਸਿੰਘ ਜੀ ਸ਼ੰਕਾ न बननी भी अंगां के हिसाब से है, नहीं शब्दां के त्यार से है। पहले स्वरूप की तो फिर 974 पत्रे ने भाई, अंग 2200 अंगां वाला स्वरूप भी देखा जब मैं संतां की महापुरखों के कोलों। अंगां के हिसाब से नहीं मद है जिहड़ा साध ਸਿੰਘ ਜੀ ਉਹ शब्दां के हिसाब से जानना। सो महाराज साहब जी बाहर सलोकां नाल इस तो अगे मंगल करते हैं। फिर साध ਸਿੰਘ ਜੀ अगे सतगुरु जी कृपा करते सुनो जी। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਸਾਧ ਸਿੰਘ ਜੀ ਮੰਗਲ ਹੈ ਗੁਰੂ ਗ੍ਰੰਥ ਸਾਹਿਬ 4 ਪ੍ਰਕਾਰ ਦੇ ਮੰਗਲ, ਸਭ ਤੋਂ ਵੱਧ ਆਉਣ ਵਾਲਾ ਇਹ ਮੰਗਲ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਸਾਧ ਸਿੰਘ ਜੀ ਕੁਝ ਗਲਤੀ ਦੇ ਕਾਰਨ ਨਾ ਗਿਣਨ ਕਰਕੇ ਬਹੁਤ ਸਾਰੇ ਸੈਂਕੜੇ ਗ੍ਰੰਥਾਂ 'ਚ ਲਿਖਿਆ ਹੈ ਵੀ 522 ਵਾਰ ਆਉਂਦਾ, ਪਰ ਗਲਤ ਹੈ ਸਾਧ ਸਿੰਘ ਜੀ, 524 ਵਾਰ ਆਉਂਦਾ ਹੈ। ਇਹਦੀ ਪੂਰੀ ਲਿਸਟ ਤਿਆਰ ਕੀਤੀ ਹੈ, ਕਿਹੜੇ ਅੰਗ ਤੇ ਕਿੱਥੇ ਆ ਰਹੋ ਵਿਚਾਰ, ਉਹਦੇ ਕਿਸੇ ਦੇ ਕਹਿਣ ਸੁਣਨ ਤੋਂ ਨਹੀਂ, ਆਪ ਗਿਣਤੀ ਜੋ ਕੀਤੀ ਹੈ 524 ਵਾਰ ਹੈ ਇਹ ਮੰਗਲ ਜਿਹੜਾ ਆਉਂਦਾ ਹੈ। ਇਸ ਤੋਂ ਸਾਧ ਸਿੰਘ ਜੀ ਫਿਰ ਅੱਗੇ ਦੂਸਰਾ ਮੰਗਲ ਜਿਹੜਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ, ਇਹ 33 ਵਾਰ ਆਉਂਦਾ ਹੈ। ਉਹ 32 ਵਾਰ ਹੈ। 33ਵਾਂ ਸਾਧ ਸਿੰਘ ਮੂਲ ਮੰਤਰ ਦੇ ਨਾਲ ਅੱਧਾ ਹਿੱਸਾ ਨਾਲ ਲਾ ਕੇ ਹੈ। ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ ਹੈ, ਜੋ ਗੁਰੂ ਨਾਨਕ ਨੇ ਵੀ ਉੱਥੇ ਤੱਕ ਮੰਨਿਆ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਰੋਹ ਵਿਚਾਰ। ਅਤੇ ਇਸ ਤੋਂ ਅੱਗੇ ਸਾਧ ਸਿੰਘ ਜੀ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਇਹ 9 ਵਾਰੀ ਆਉਂਦਾ ਹੈ। ਇੱਕ ਓੰਕਾਰ ਸਤਨਾਮ ਗੁਰਪ੍ਰਸਾਦ ਇਹ 2 ਵਾਰ ਆਉਂਦਾ ਹੈ। 568 ਵਾਰ ਮੰਗਲ ਨ ਜੇ ਸਾਡੀ ਕੌਮ ਕਿਤੇ ਬਹਿ ਕੇ ਨਾ ਸਦਭਾਵਨਾ ਨਾਲ ਮੰਗਲਾਂ ਦੀ ਗੱਲ ਸਮਝ ਲੈਣ, ਮੂਲ ਮੰਤਰ ਦਾ ਵਿਵਾਦ ਉਦਣ ਹੀ ਖਤਮ ਹੋ ਜਾਊਗਾ। ਗੁਰੂ ਕਿਰਪਾ ਕਰੇ। ਇਉਂ ਸਾਧ ਸਿੰਘ ਇਹ ਮੰਗਲ ਹੈ ਵਸਤੂ ਨਿਰਦੇਸ਼ਕ ਮੰਗਲ। ਆਸ਼ੀਰਵਾਦ ਆਤਮਕ ਮੰਗਲ ਹੁੰਦਾ ਹੈ, ਨਮਸਕਾਰ ਆਤਮਕ ਮੰਗਲ ਹੈ, ਵਸਤੂ ਨਿਰਦੇਸ਼ਕ ਮੰਗਲ ਹੈ। ਪਰ ਚੌਥਾ ਮੰਗਲ ਆਪਣੇ ਅਨੁਭਵ ਦੁਆਰਾ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਕੀਤਾ ਆਤਮ ਚਿੰਤਨ ਮੰਗਲ। ਡੰਡੌਤ ਬੰਦਨ ਅਨਕਵਾਰ ਸਰਵ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਹੱਥ 4 ਮੰਗਲ ਇਹਦੇ 'ਚ। ਮੇਰੇ ਕੋਲ ਸਮਾਂ ਨਹੀਂ, ਮੈਂ ਕੱਲਾ ਮੰਗਲ ਖੋਲਾਂ। ਇੱਕ ਅਦੁੱਤੀ ਓੰਕਾਰ ਸਰਵ ਕਾ ਪ੍ਰਕਾਸ਼, ਸਤ ਨਾਸ ਤੋਂ ਹੈ ਗੁਰ ਚੇਤਨ ਪ੍ਰਸਾਦ ਆਨੰਦ ਸੂਰ, ਬ੍ਰਹਮ ਦੇ ਵਿਸ਼ੇਸ਼ਣ। ਜਿਵੇਂ ਇੱਥੇ ਸਤ ਚੇਤਨ ਆਨੰਦ ਅਸਤੀ ਪ੍ਰੈ ਜਿਹੜਾ ਕਥਨ ਕੀਤਾ ਪਰਮੇਸ਼ਰ ਨੂੰ, ਮੂਲ ਮੰਤਰ ਦੇ ਵਿੱਚ ਇੱਕ ਓੰਕਾਰ ਤੋਂ ਨਾਨਕ ਹੋਸੀ ਵੀ ਸਾਹਿਬ 13 ਵਿਸ਼ੇਸ਼ਣ, ਕਿਤੇ ਵੀ ਲੜੀ ਨਹੀਂ ਟੁੱਟਦੀ ਵਿਸ਼ੇਸ਼ਣ ਦੀ। ਉਸ ਤੋਂ ਬਾਅਦ ਉਪਦੇਸ਼ ਸ਼ੁਰੂ ਬਾਣੀ ਸ਼ੁਰੂ ਹੋ ਜਾਂਦੀ ਹੈ। ਤੋ ਇਸ ਕਰਕੇ ਮੰਗਲ ਸਾਸੀ ਵਸਤੂ ਨਿਰਦੇਸ਼ ਬਹਿਸ ਤਾਂ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ। ਪਰਮੇਸ਼ਰ ਉਹਦੇ ਅਨੁਸਾਰ ਕਿਸੇ ਦੇਸ਼ ਦੇ ਨਾਲ ਵਸਤੂ ਦੇ ਨਾਲ ਇਤਿਆਦਿਕ ਇਹਦੀ ਵੰਡ ਨਹੀਂ ਕੀਤੀ, ਉਹ ਤਾਂ ਉਹ ਛੇਦਣੇ ਤੋਂ ਰਹਿਤ ਹੈ। ਅਤੇ ਐਸਾ ਜਿਹੜਾ ਪਰਮੇਸ਼ਰ ਸਤ ਚੇਤਨ ਆਨੰਦ ਹੈ, ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਹੋ ਜਾਏ ਭਾਈ, ਉਹਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲ ਕੀਤਾ ਹੈ। ਇਹਨੂੰ ਅਸੀਂ ਸਾਧ ਸਿੰਘ ਮੁੱਖ ਵਾਕ ਕਹਿੰਦੇ ਹਾਂ। ਮੁਖੀ ਵਾਕ ਸਾਂ ਤਾਂ ਸਾਰੀ ਵਾਕ ਮਹਾਰਾਜ ਦੇ, ਜਿਵੇਂ ਸਾਡੇ ਸਰੀਰ ਦੇ ਵਿੱਚ ਮੁੱਖ ਇੱਕ ਥਾਂ 'ਤੇ ਹੀ ਲੱਗਿਆ ਹੋਇਆ, ਜਿਸਮ ਦਾ ਸਾਰਾ ਹੀ ਸਾਡਾ ਹੈ। ਜਿਹੜਾ ਵਾਕ ਸਾਧ ਸਿੰਘ ਜੀ ਮਹਾਰਾਜ ਦੇ
ਅੰਗ ਦੇ ਸਾਹ ਸੀ ਉੱਪਰਲੇ ਪਾਸੇ ਤੋਂ ਸ਼ੁਰੂ ਹੁੰਦਾ ਹੈ, ਦੂਸਰੇ ਪਾਸੇ ਚਲਾ ਜਾਏ, ਜਾਂ ਫਿਰ ਉਸ ਪਾਸੇ ਸ਼ੁਰੂ ਹੋ ਕੇ ਉੱਧਰ ਹੀ ਸਮਾਪਤ ਹੋਵੇ। ਇਹ ਸਮੁੱਚੇ ਪੰਥ ਦੀ ਰੀਤ ਜਾਣਨੀ। ਵੇਦ ਦੇ ਅੰਦਰ 4 ਪ੍ਰਕਾਰ ਦੇ ਵਾਕ ਸਾਧ ਸੰਗਤ ਜੀ ਕਹੇ ਆ ਮਹਾਵਾਕ। ਇਹ ਮਹਾਵਾਕ ਸ਼ਬਦ ਹੀ ਉੱਥੋਂ ਚੱਲਿਆ ਵੇਦਾਂ ਤੋਂ। ਇਹਦੇ ਪਹਿਲਾ ਤਤਮਸੀ ਮਹਾਵਾਕ ਹੈ, ਉਹ ਸ਼ਾਮ ਵੇਦ ਦਾ ਹੈ। ਪ੍ਰਗਿਆਨਮਾਨੰਦ ਬ੍ਰਹਮ ਹੈ, ਇਹ ਸਾਧ ਸੰਗਤ ਜੀ ਰਿਗਵੇਦ ਦਾ ਹੈ। ਇਸ ਤੋਂ ਅੱਗੇ ਸ਼ਾਮ ਰਿਗ ਜੁਜਰ ਵੇਦ ਦਾ ਸਾਧ ਸੰਗਤ ਅਹੰ ਬ੍ਰਹਮ ਅਸਮੀ ਆਯੰ ਆਤਮਾ ਬ੍ਰਹਮ, ਇਹ ਸਾਧ ਸੰਗਤ ਜੀ ਸ਼ਾਮ ਵੇਦ ਰਿਗਵੇਦ ਜੁਜਰ ਵੇਦ ਅਥਰਵਣ ਵੇਦ ਦਾ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਇੱਕ ਅਵੰਤਰਨ ਵਾਕ ਹੁੰਦੇ ਨੇ, ਅਵੰਤਰਨ ਉਹਨਾਂ ਨੂੰ ਕਹਿੰਦੇ ਨੇ ਜਿਹੜਾ ਜੀਵ ਈਸ਼ ਦੇ ਭੇਦ ਨੂੰ ਬਣਾਈ ਰੱਖਣ, ਉਪਦੇਸ਼ ਦੇਣ, ਉਹ ਹੈ ਅਵੰਤਰਨ ਵਾਕ। ਮੁੱਖ ਵਾਕ ਕਹਿੰਦੇ ਜੀਵ ਈਸ਼ ਦੀ ਏਕਤਾ ਜਣਾਉਂਦੇ ਜਾਣ, ਇਸ ਕਰਕੇ ਗੁਰਬਾਣੀ ਮੁੱਖ ਵਾਕ ਹੈ। ਇਹ ਸਾਧ ਸੰਗਤ ਜੀ ਸਾਰੇ ਮਹਾਵਾਕ ਹਨ। ਸ਼ਲੋਕ ਸਾਧ ਸੰਗਤ ਜੀ ਇਹ 12 ਸ਼ਲੋਕਾਂ ਦੇ ਨਾਲ ਆ। ਸੋਏ ਲੋਕ ਦੀ ਪ੍ਰਾਪਤੀ ਕਰਾਉਣ ਵਾਲੇ ਸ਼ਲੋਕ ਸਮੀਪ ਸੋਏ ਆ 4 ਮੁਕਤੀਆਂ ਵੀ ਹੈ ਰਹੋ ਵਿਚਾਰ। ਤੇ ਇਹ ਸਾਧ ਸੰਗਤ ਜੀ ਆਪਣਾ ਲੋਕ ਕਿਹੜਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਉਸ ਲੋਕ ਦੀ ਪ੍ਰਾਪਤੀ ਕਰਾਉਣ ਵਾਲੇ ਜਿਹੜੇ ਉਪਦੇਸ਼ ਉਹਨਾਂ ਨੂੰ ਸ਼ਲੋਕ ਕਹਿੰਦੇ ਹਨ ਜੀ। ਆਦਿ ਪੂਰਨ ਮੱਧ ਪੂਰਨ। ਸਾਧ ਸੰਗਤ ਜੀ ਜੋ ਪਰਮੇਸ਼ਰ ਵਾਹਿਗੁਰੂ ਹੈ ਨਾ, ਕਹਿੰਦੇ ਉਹ ਜਦੋਂ ਆਦ ਸ੍ਰਿਸ਼ਟੀ ਦਾ ਆਦ ਹੈ, ਪਰਮਾਤਮਾ ਦਾ ਆਦ ਨਹੀਂ। ਉਹ ਤਾਂ ਆਦ ਨਾ ਅੰਤਾ ਸਦਾ ਬੇਅੰਤਾ। ਜੇ ਉਹਦਾ ਆਦ ਮੰਨ ਲਿਆ, ਜਿਹਦਾ ਆਦ ਮੰਨ ਲਿਆ, ਉਹਦਾ ਤਾਂ ਅੰਤ ਸਿੱਧਾ ਆਪਣੇ ਆਪ ਹੀ ਹੋ ਜਾਂਦਾ ਹੈ। ਜਿਹਦਾ ਆਦ ਹੈ ਉਹਦਾ ਅੰਤ ਵੀ ਹੋਊਗਾ। ਵਾਹਿਗੁਰੂ ਆਦ ਤੋਂ ਰਹਿਤ ਹੈ, ਫਿਰ ਆਦ ਕਿਹਨੂੰ ਕਿਹਾ? ਸ੍ਰਿਸ਼ਟੀ ਦੇ ਆਦ ਵਿੱਚ ਵੀ ਸਤ ਸੀ, ਉਹ ਪਰਿਪੂਰਨ ਸੀ। ਮੱਧ ਸ੍ਰਿਸ਼ਟੀ ਰਚ ਕੇ ਵੀ ਪਰਿਪੂਰਨ ਹੈ। ਤੇ ਆਦ ਪੂਰਨ ਮੱਧ ਪੂਰਨ ਅੱਗੇ ਦੱਸਦੇ ਹਨ ਜੀ। ਅੰਤ ਪੂਰਨ ਪਰਮੇਸ਼ਰ ਹੈ। ਸ੍ਰਿਸ਼ਟੀ ਦੀ ਜਦੋਂ ਸਾਧ ਸੰਗਤ ਜੀ ਸਮਾਪਤੀ ਹੋ ਜਾਏਗੀ, ਉਦੋਂ ਵੀ ਵਾਹਿਗੁਰੂ ਇਹ ਪਰਿਪੂਰਨ ਹੋਏਗਾ, ਤਿੰਨਾਂ ਕਾਲਾਂ 'ਚ ਪਰਿਪੂਰਨ ਹੈ। ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੇ ਆਦ ਵਿੱਚ ਵੀ ਵਾਹਿਗੁਰੂ ਦਾ ਨਾਮ ਪਰਿਪੂਰਨ ਲਿਖਿਆ ਹੈ। ਇੱਕ ਓੰਕਾਰ ਸਤਨਾਮ ਤੋਂ ਸ਼ੁਰੂ ਕੀਤਾ ਹੈ। ਮੱਧ ਦੇ ਵਿੱਚ ਵੀ ਸਾਧ ਸੰਗਤ ਜੀ ਪਰਮੇਸ਼ਰ ਵਾਹਿਗੁਰੂ ਦਾ ਨਾਮ, ਤੇ ਜੋ ਬਿਨਮੰਤ ਨਾਨਕ ਸਦਾ ਤੇਰੇ ਤੇ ਹਰ ਨਾਮ ਭੋਜਨ ਖਾਇਆ। ਅੰਤ ਦੇ ਵਿੱਚ ਵੀ ਸਾਧ ਸੰਗਤ ਜੀ ਕਿਤੇ ਰਾਗਮਾਲਾ ਦਾ ਸਿਧਾਂਤ ਪੜੋ ਗੁਰੂ ਪਿਆਰਿਓ ਸਦ ਭਾਵਨਾ ਨਾਲ। ਜਿੰਨਾ ਗੂੜਾ ਸਿਧਾਂਤ ਉਪਦੇਸ਼ ਜਪਜੀ ਸਾਹਿਬ ਦੇ ਵਿੱਚ ਹੈ, ਉਨਾ ਹੀ ਗੂੜਾ ਉਪਦੇਸ਼ ਰਾਗਮਾਲਾ ਦੇ ਵਿੱਚ ਹੈ ਪਰਮਾਰਥੀ। ਨਾਮ ਨੂੰ ਐਸਾ ਲੜੀ ਬਾਹਰ ਪਰੋਇਆ ਰਾਗਮਾਲਾ ਦੇ ਅੰਦਰ। ਉਹਦੇ 2 ਪੱਖ ਨੇ, ਇੱਕ ਸੰਗੀਤ ਵਾਲਿਆਂ ਨੂੰ ਸੰਬੋਧਨ ਕਰਨ ਵਾਸਤੇ ਬਾਹਜ ਅਰਥ ਹੈ, ਦੂਸਰਾ ਅੰਤਰੀਵ ਅਰਥ। ਕਿਤੇ ਪੜ੍ਹ ਕੇ ਦੇਖੋ ਸਾਧ ਸੰਗਤ ਜੀ, ਗੁਰਬਾਣੀ ਦੇ ਆਧਾਰ ਤੇ ਹੈ। ਤੋ ਇਸ ਕਰਕੇ ਸੱਸੇ ਅੱਖਰ ਤੋਂ ਸ਼ੁਰੂ ਕੀਤੀ। ਉਪਕਰਨ ਉਪਸੰਹਾਰ ਅਭਿਆਸ ਅਪੂਰਤਾ ਅਰਥਵਾਦ ਆਦਿ ਇਹ ਜਿਹੜੀਆਂ ਰੀਤੀਆਂ ਹਨ, ਉਹਦੇ ਅਨੁਸਾਰ ਜਿੱਥੋਂ ਸ਼ੁਰੂ ਕਰੀਏ ਸਮਾਪਤ ਕਰ ਦੇਣਾ। ਗੁਰਬਾਣੀ ਸੱਸੇ ਤੇ ਸ਼ੁਰੂ ਕੀਤੀ ਹੈ। ਸੱਸਾ ਸਤਨਾਮ ਦੇ ਮੂਹਰੇ ਸੱਸਾ ਹੈ, ਉਹ ਅਹੰਕਾਰ। ਇਹ ਸਾਸੀ ਮੰਗਲ ਵਿੱਚ ਜਾਣਨਾ 18 10 20 ਸੱਸਾ ਫੇਰ ਹੈ ਪਿੱਛੇ। ਦੋਨਾਂ ਸੱਸਿਆਂ ਦੇ ਵਿਚਾਲੇ ਸਾਰੀ ਰਚਨਾ ਹੈ। ਇਹਨੂੰ ਕਹਿੰਦੇ ਉਪਕਰਨ ਉਪਸੰਹਾਰ। ਤੋ ਇਸ ਕਰਕੇ ਸਾਧ ਸੰਗਤ ਜੀ ਆਦ ਪੂਰਨ ਮੰਤ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਪਰਮ ਈਸ਼ਵਰ। ਪਰਮ ਈਸ਼ਵਰ ਕਿਉਂ ਕਿਹਾ? ਕਿਉਂਕਿ ਹਿੰਦੂ ਮਤ ਨੇ ਭਾਈ 5 ਈਸ਼ਵਰ ਮੰਨੇ ਨੇ। ਉਹ ਤਾਂ ਗਣੇਸ਼ ਨੂੰ ਵੀ ਈਸ਼ਵਰ ਮੰਨਦੇ ਆ, ਦੇਵੀ ਨੂੰ ਵੀ ਅਸ਼ਪੁਦੀ ਨੂੰ ਈਸ਼ਵਰ ਮੰਨਦੇ ਆ, ਵਿਸ਼ਨੂੰ ਨੂੰ ਵੀ, ਸ਼ਿਵ ਜੀ ਨੂੰ ਵੀ। ਤੇ ਇਸ ਕਰਕੇ ਸਾਧ ਸੀ ਉਹਨਾਂ ਦੇ ਇਹ 5 ਈਸ਼ਵਰ ਤੁਲਸੀ ਨੇ ਵੀ ਰਮਾਇਣ ਦੇ ਵਿੱਚ ਲਿਖੇ ਹੋਏ ਨੇ। ਤੇ ਮਹਾਰਾਜ ਨੇ ਕਿਹਾ ਇਹ ਉਹ ਈਸ਼ਵਰ ਨਹੀਂ, ਇਹ ਪਰਮ ਕਹੀਏ ਵੱਡਾ ਈਸ਼ਵਰ ਜੋ ਸਾਰਿਆਂ ਦਾ ਵੱਡਾ ਹੈ। ਇਹਨਾਂ ਦੇਵੀ ਦੇਵਤਿਆਂ ਨੂੰ ਪੈਦਾ ਕਰਨ ਵਾਲਾ ਪਰਮ ਜਮਾ ਈਸ਼ਵਰ ਪਰਮੇਸ਼ਵਰ, ਤੇ ਉਹ ਸਾਰੀ ਜਗ੍ਹਾ ਪਰਿਪੂਰਨ ਹੈ। ਸਿਮਰੰਤ ਸੰਤ ਸਰਬਤਰ ਰਮਣੰ। ਸੰਤ ਜਿਹੜੇ ਸ਼ਾਂਤ ਆਤਮਾ ਸਾਧ ਸੰਗਤ ਜੀ ਉਹ ਸਿਮਰੰਤ ਕਹੀਏ ਸਿਮਰਦੇ ਹਨ। ਸਿਮਰਨਾ, ਜਪਣਾ, ਧਿਆਉਣਾ, ਅਰਾਧਨਾ, 4 ਇਹ ਵਿਸ਼ਿਆਂ ਦੇ ਉੱਤੇ ਗੁਰਬਾਣੀ ਦੇ ਅੰਦਰ ਹਜ਼ਾਰਾਂ ਹੀ ਸਾਧ ਸੰਗਤ ਜੀ ਸ਼ਬਦ ਲੱਖਾਂ ਹੀ ਤੁਕਾਂ ਮਿਲਣਗੀਆਂ। ਤੇ ਜਿਹੜਾ ਸਿਮਰਨਾ ਹੁੰਦਾ ਹੈ ਇਹ ਮਨ ਕਰਕੇ ਹੁੰਦਾ ਹੈ, ਜਪਣਾ ਜੀਵ ਕਰਕੇ ਹੁੰਦਾ ਹੈ। ਮਨ ਮਹਿ ਸਿਮਰਨ ਕਰਿਆ। ਸਿਮਰਨ ਮਨ ਦੀ ਕਲਪਨਾ ਦਾ ਨਾਂ ਹੈ। ਉਹ ਸਿਮਰੰਤ ਸ਼ਾਂਤ ਆਤਮਾ ਕਿਸ ਨੂੰ? ਸਰਬਤਰ ਰਮਣੰ। ਜਿਵੇਂ ਜਿਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਉਹਨੂੰ ਸਿਮਰਦੇ ਆ ਸੰਤ ਜਨ। ਖਾਲਸਾ ਉਹਨੂੰ ਸਿਮਰਦਾ ਹੈ, ਨਿਰਾਕਾਰ ਦਾ ਉਪਾਸਕ ਹੈ ਖਾਲਸਾ। ਇਉਂ ਉਸ ਨੂੰ ਜਪਦੇ ਹਨ। ਨਾਨਕ ਅਗਨਾਸਨ ਜਗਦੀਸ਼ਵਰ ਹੈ। ਤੇ ਫਿਰ ਉਹ ਸਾਧ ਸੰਗਤ ਜੀ ਸਾਰੀ ਜਗ੍ਹਾ ਰਮਿਆ ਹੋਇਆ। ਅਰਥ ਰਹਿ ਗਿਆ ਸੀ ਖਿਮਾ ਕਰਨੀ। ਰਮਣੰ
ਤੇ ਉਹ ਸਾਰੀ ਜਗ੍ਹਾ ਰਿਹਾ। ਨਾਨਕ ਅਗਨਾਸਨ ਜੁਗਦੀਸ਼ ਰਹਿ। ਅਗਨਾਮ ਹੈ ਪਾਪਾਂ ਦਾ। ਬ੍ਰਾਹਮਣ ਕਹਿ ਲਈ ਘਾਤ ਕੰਚਕਾ ਅਣਚਾਰੀ ਕਾ ਧਾਨ। ਇਹ ਜਿਹੜੇ ਚਾਰੇ ਗਿਲ ਵੇਖੋ ਉਹਨੂੰ ਅੱਗ ਕੀ ਹੈ। ਤੇ ਇਹ ਸਾਰਿਆਂ ਦਾ ਨਾਸ਼ ਕਰਨ ਵਾਲਾ ਕੌਣ ਹੈ? ਕਹਿੰਦੇ ਜਗਤ ਦਾ ਈਸ਼ਵਰ ਵਾਹਿਗੁਰੂ ਹੀ ਹੈ। ਪੇਖਨ ਸੁਨਨ ਸੁਨਾਮਨ। ਤੇ ਜਿਹੜੇ ਸਤਿਪੁਰਸ਼ ਨੇ ਉਹ ਜਦੋਂ ਦੇਖਦੇ ਨੇ ਬੈਰਾਗ ਦ੍ਰਿਸ਼ਟੀ ਦੇ ਨਾਲ, ਗਿਆਨ ਦ੍ਰਿਸ਼ਟੀ ਦੇ ਨਾਲ, ਉਹ ਕਹਿੰਦੇ ਸਭ ਹੈ ਬਰਮ, ਬਰਮ ਹੈ ਪਸਰਿਆ। ਉਹ ਜਿੱਥੇ ਵੀ ਦੇਖਦੇ ਨੇ ਪਰਮਾਤਮਾ ਹੀ ਦੇਖਦਾ। ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਬ੍ਰਹਮੇ ਦਿਸਦਾ। ਉਹਨਾਂ ਦੀਆਂ ਅੱਖਾਂ ਬ੍ਰਹਮ ਨੂੰ ਇਹ ਵਿਸ਼ੇ ਕਰਦੀਆਂ ਨੇ। ਇਹ ਤੇ ਔਰਤ ਮਰਤਾਂ ਸਾਜੇ ਇਹ ਸਭ ਰੂਪ ਤੁਮਾਰੇ। ਇਹ ਦ੍ਰਿਸ਼ਟੀ ਹੈ। ਤੇ ਇਸ ਕਰਕੇ ਸਿਮਰੰਤ ਸਾਰੇ ਸਿਮਰਨ ਪੇਖਣ ਦੇ ਵਿੱਚ ਗਿਆਨ ਦ੍ਰਿਸ਼ਟੀ ਦੁਆਵੇ ਉਹਨੂੰ ਦੇਖਣਾ। ਜੇ ਤਾਂ ਸੁਣਨਾ ਤੇ ਤਾਂ ਉਹ ਸੁਣਨਾ ਵੀ ਉਸੇ ਵਾਹਿਗੁਰੂ ਦੀ ਜਸ ਨੂੰ ਸੁਣਨਾ। ਸੁਣਾਵਨੋ ਗੁਰਬਾਣੀ ਦੀ ਕਥਾ ਕਰਨੀ। ਗੁਰਸਿੱਖੋ ਕਹਿੰਦੇ ਗੁਰਬਾਣੀ ਪੜ੍ਹਿਆ ਕਰੋ, ਗੁਰਬਾਣੀ ਦੇ ਦਰਸ਼ਨ ਕਰੋ ਤੇ ਗੁਰਬਾਣੀ ਸੁਣੋ। ਗੁਰਬਾਣੀ ਅੱਗੇ ਪੜ੍ਹਨੀ ਕਰੋ, ਸੁਣਾਵਣਾ ਕਰੋ ਜੀ। ਮਨ ਮਹਿ ਦ੍ਰਿੜਿਐ ਸਾਚ। ਮਨ ਦੇ ਵਿੱਚ ਸੱਚ ਨਿਸ਼ਚੈ ਕਰਕੇ ਵਾਹਿਗੁਰੂ ਨੂੰ ਦ੍ਰਿੜ ਕਹੀਏ, ਪੱਕਾ ਕਰਕੇ ਕਿ ਉਹਦਾ ਨਿਸ਼ਚਾ ਕਰ ਲਈਏ ਵੀ ਹਾਂ ਜੋ ਮਹਾਰਾਜ ਨੇ ਕਿਹਾ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਤ੍ਰੈ ਕਾਲਵਤ ਤਿੰਗ ਸਤਤਯੰ। वेद कहता ਜਿਹੜਾ तीनों कालों में जिसका वाद ना हो वो सत कहीता है। तो इस करके वो सत है ਜਿਹੜਾ सदा रहन वाला है। तो इउं महाराज साहब सच्चे पातशाह ने पावन ये ਜਿਹੜਾ ਸਾਧ ਜੀ ਬਚਨ ਕਿਹਾ ਮਨ ਦੇ ਵਿੱਚ ਉਹ ਸੱਚ ਨੂੰ ਦ੍ਰਿੜ ਕਰੀਏ ਜੀ। ਪੂਰ ਰਹਿਓ ਸਰਬਤਰ ਮੈਂ। ਤੇ ਉਹ ਪਰਮੇਸ਼ਰ ਵਾਹਿਗੁਰੂ ਸਾਰੀ ਜਗ੍ਹਾ ਹੀ ਵਿਆਪਕ ਹੈ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਆਕਾਸ਼ ਕਿੱਥੇ ਨਹੀਂ ਹੈ ਸਾਧ ਸੰਗਤ ਜੀ। ਤੇ ਜਦੋਂ ਵੀ ਕੋਈ ਪ੍ਰਮਾਣ ਬ੍ਰਹਮ ਦੇ ਵਿਆਪਕਤਾ ਦਾ ਦੇਣਾ, ਆਕਾਸ਼ ਤੋਂ ਬਿਨਾਂ ਵਿਦਾਂਤੀਆਂ ਕੋਲ ਵੀ ਕੁਛ ਨਹੀਂ ਹੈ, ਸਾਡੇ ਕੋਲ ਵੀ ਕੁਛ ਨਹੀਂ ਹੈ। ਪਰ ਫਰਕ ਕੀ ਹੈ? ਫਿਰ ਤਾਂ ਉਹ ਮੁਕਾਬਲੇ ਚਲਿਆ ਗਿਆ ਬ੍ਰਹਮ ਦੇ। ਨਹੀਂ ਭਾਈ, ਆਕਾਸ਼ ਜੜ ਹੈ, ਬ੍ਰਹਮ ਚੇਤਨ ਹੈ। ਇਹ ਫਰਕ ਹੈ। ਵਿਆਪਕ ਇਸ ਤਰ੍ਹਾਂ ਜਿਵੇਂ ਆਕਾਸ਼ ਵਿਆਪਕ ਹੈ ਸਾਰੀ ਜਗ੍ਹਾ ਹੀ। ਕੋਈ ਐਸਾ ਹੈ ਨਹੀਂ ਤੂੰ ਸਭਨੀ ਥਾਈ ਜਿੱਥੇ ਹੋਂ ਜਾਈ। ਕਿੱਥੇ ਨਹੀਂ ਹੈ ਤੂੰ ਸਭਨੀ ਜਗ੍ਹਾ ਹੈ। ਨਾਨਕ ਹਰ ਰੰਗ ਰਾਚ। ਹਰ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਸਾਧ ਸੰਗਤ ਜੀ। ਭਗਵਾਨ ਕ੍ਰਿਸ਼ਨ ਨੂੰ ਪੁੱਛਿਆ ਸੀ ਅਰਜਨ ਨੇ, ਗਵਾਂਢੀਆਂ ਦੀ ਗਵਾਹੀ ਲੈਣ ਦਾ ਕੋਈ ਹਰਜ ਨਹੀਂ ਹੁੰਦਾ। ਸਾਡੇ ਤੇ ਵਿੱਚ ਇਹੋ ਜਿਹੇ ਪੈਦਾ ਹੋ ਗਏ, ਕ੍ਰਿਸ਼ਨ ਦਾ ਨਾਮ ਨਹੀਂ ਲਿਆ। ਜਿਹੋ ਜਿਹਾ ਪੈਟਰੋਲ ਨੂੰ ਅੱਗ ਲੱਗ ਗਈ, ਜਿਹੋ ਜਿਹਾ ਉਹਨਾਂ ਦੇ ਹਿਰਦੇ ਨੂੰ ਅੱਗ ਲੱਗ ਗਈ। ਅਖੇ ਜੀ ਕ੍ਰਿਸ਼ਨ ਕਿਉਂ ਕਹਿ ਦਿੱਤਾ ਕਿ ਇੱਥੇ ਇਹ ਖਾਲਸੇ ਦੀ ਇਕੱਤਰਤਾ, ਇੱਥੇ ਭਲਾ ਰਾਮ ਕ੍ਰਿਸ਼ਨ ਦਾ ਕੀ ਹੈ? ਆ ਬੜਾ ਚੌਧਰੀ ਇੱਕ ਗੁਰਦੁਆਰੇ ਦਾ ਪ੍ਰਧਾਨ ਮੈਨੂੰ ਵੀ ਕਹਿੰਦਾ ਸੀ, ਕਹਿੰਦਾ ਜੀ ਸਾਡੀ ਸਟੇਜ ਤੇ ਕ੍ਰਿਸ਼ਨ ਦਾ ਰਾਮ ਦਾ ਨਾਂ ਨਾ ਲਿਓ। ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਕੱਢ ਦਿਓ। ਫਿਰ ਇਹ ਕਿੱਧਰ ਦਾ ਗਿਆਨ ਆ? ਤੁਸੀਂ ਕਿੱਥੇ ਤੋਂ ਆਏ? ਇਸ ਤਰ੍ਹਾਂ ਦੇ ਇਹ ਸੁਭਾਵ ਕਿੱਥੋਂ ਲੈ ਲਿਆ ਤੁਸੀਂ? ਖਾਲਸੇ ਦਾ ਤਾਂ ਹੈ ਨਹੀਂ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਕਿ ਉਹ ਸ਼ਬਦ ਭੁੱਲ ਗਿਆ ਗੁਰੂ ਗ੍ਰੰਥ ਸਾਹਿਬ ਦਾ, ਵਾਹਿਗੁਰੂ 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 ਵਾਹਿ ਜੀਓ। ਕਮਲ ਨੈਨ ਮਦਰ ਬੈਨ ਕੋਟ ਸੈਨ ਸੰਗ ਸੋਭ ਕਹਿਤ ਮਾਂ ਜਸੋ ਜਿਸੇ ਦਹੀਂ ਪਤ ਖਾਈ। ਕਿਉਂ ਕਿਹਾ ਕ੍ਰਿਸ਼ਨ ਤੋਂ ਬਿਨਾਂ? ਇਹ ਕ੍ਰਿਸ਼ਨ ਦਾ ਨਾਂ ਨਹੀਂ ਹੈ। ਕਿੱਥੋਂ ਕੱਢੋਗੇ ਭਾਈ? ਭਗਵਾਨ ਕ੍ਰਿਸ਼ਨ ਜੀ ਨੂੰ ਪੁੱਛਿਆ, ਅਰਜਨ ਕਹਿੰਦਾ ਜੀ ਹਰ ਸ਼ਬਦ ਦੇ ਅਰਥ ਕੀ ਹੈ? ਕਹਿਣ ਲੱਗੇ ਜੋ ਸਭ ਕੋ ਹਰ ਲੇਤਾ ਹੈ। ਕਹਿੰਦੇ ਜੀ ਕਿਸ ਤਰ੍ਹਾਂ? ਕਹਿੰਦੇ ਸਭ ਦਾ ਨਾਸ਼ ਕਰਦਾ ਹੈ। ਹਰ ਇਸ ਕਰਕੇ ਵੀ ਕਹਿੰਦੇ ਉਹ ਪਾਪਾਂ ਨੂੰ ਹਰਦਾ ਹੈ। ਕਹਿੰਦੇ ਕਿਸਕੇ ਪਾਪਾਂ ਕੋ ਹਰਤਾ ਹੈ? ਕਹਿੰਦੇ ਅਰਜਨ ਅੱਗ ਮੈਂ 10 ਕਿਹਦੇ ਹੱਥ ਤੇ ਰੱਖਾਂ, ਕਿਹਨੂੰ ਫੂਕੀ ਗਈ? ਕਹਿੰਦਾ ਜੀ ਜਿਹਦੇ ਵੀ ਹੱਥ ਤੇ ਰੱਖ ਦਿਓ। ਕਹਿੰਦੇ ਫਿਰ ਇਹ ਤਾਂ ਹਰ ਸ਼ਬਦ ਜਿਹਦੇ ਵੀ ਹਿਰਦੇ 'ਚ ਆ ਗਿਆ ਉਹਦੇ ਹੀ ਪਾਪਾਂ ਨੂੰ ਫੂਕ ਦਿੰਦਾ। ਕਹਿੰਦੇ ਜੀ ਪਾਪੀਆਂ ਨੂੰ ਵੀ? ਕਹਿੰਦੇ ਹਾਂ। ਹਰੀ ਹਰਤੀ ਪਾਪਾਨੀ ਦੁਸ਼ਚਿਤਰ ਵੀ ਸਿਮਰਤਾ। ਦੁਸ਼ਚਿਤ ਵਾਲਾ ਵੀ ਸਿਮਰੇ। ਤੇ ਇਸ ਕਰਕੇ ਸਾਧ ਸੀ ਇਹਦਾ ਨਾਮ ਹੈ ਹਰ। ਹਰ ਇੱਕ ਦੇ ਅੰਦਰ ਹੈ। ਪਾਪਾਂ ਨੂੰ ਹਰਨ ਵਾਲਾ ਹੈ, ਹਰਿਆਵਲਾ ਲਿਆਉਣ ਵਾਲਾ ਹੈ। ਉਹਦੇ ਰੰਗ ਕੀਏ ਆਨੰਦ ਦੇ ਵਿੱਚ ਰਚੇ ਹੋਏ ਨੇ ਸੱਚੇ ਪਰਮੇਸ਼ਰ ਦੇ। ਪੌੜੇ ਹਰ ਏਕ ਨਿਰੰਜਨ ਗਾਈਆ। ਹਰੀ ਪਰਮੇਸ਼ਰ ਵਾਹਿਗੁਰੂ ਇੱਕ ਨਿਰਜਮਾ ਅੰਜਨ। ਅੰਜਨ ਨਾਮ ਹੈ ਸੁਰਮੇ ਦਾ। ਸੁਰਮਾ ਹੁੰਦਾ ਕਾਲਾ। ਇਹਦੇ ਚੋਂ ਮਾਇਆ ਦੀ ਕਾਲਸ ਤੋਂ ਜਿਹੜਾ ਰਹਿਤ ਹੈ ਸੁੱਧ ਸਰੂਪ ਸੋ ਕੀਏ ਨਿਰੰਜਨ। ਹਰ ਏਕ ਨਿਰੰਜਨ ਗਾਈਆ। ਰਸਨਾ ਨਾਲ ਵੀ, ਕੰਨਾਂ ਨਾਲ ਵੀ ਸੁਣੀਏ, ਜੀਭਾ ਨਾਲ ਵੀ ਗਾਈਏ, ਉਹਦਾ ਹੀ ਜਸ ਕਰੀਏ ਜੀ। ਸਭ ਅੰਤਰ ਸੋਈ। ਉਹ ਅੰਤਰੇ ਭੇਦ ਤੋਂ ਰਹਿਤ ਹੈ। ਸਾਰਿਆਂ ਦੇ ਅੰਦਰ ਹੈ ਵਾਹਿਗੁਰੂ ਪਰਮੇਸ਼ਰ। ਕਰਨ ਕਾਰਨ ਸਮਰੱਥ ਪ੍ਰਭ। ਤੇ ਉਹ ਸਾਧ ਸੰਜੀ ਸੰਸਾਰ ਦਾ ਕਾਰਨ ਰੂਪ ਵੀ ਆ ਜਾਏ, ਆਪ ਹੀ ਹੈ, ਕਾਰਨ ਰੂਪ ਵੀ ਹੈ। ਇੱਕ ਉਪਾਦਾਨ ਕਾਰਨ ਹੁੰਦਾ, ਇੱਕ ਨਿਮਿਤ ਕਾਰਨ ਹੁੰਦਾ ਹੈ। ਘੁਮਿਆਰ ਘੜੇ ਬਣਾਉਂਦਾ ਹੈ, ਮੱਕੜੀ ਜਾਲਾ ਬਣਾਉਂਦੀ ਹੈ, ਉੱਥੇ ਦੋ ਹੀ ਲੱਗਦੇ ਨੇ। ਇਹ ਮੱਕੜੀ ਨੇ ਜਾਲਾ ਬਣਾਉਣ ਲੱਭੇ ਨਾ ਸੂਤ ਕਿਸੇ ਬੀਬੀ ਤੋਂ ਉਧਾਰਾ ਨਹੀਂ ਲਿਆਂਦਾ।
ਆਪਣੇ ਮੂੰਹ ਚੋਂ ਕੱਢਦੀ ਹੈ ਸੂਤਰ, ਔਰ ਜਿਹੜੀਆਂ ਉਹ ਤੰਦਾਂ ਕੱਢ ਕੇ ਬੁਣਦੀ ਆ ਉਹ ਵੀ ਆਪੇ ਬੁਣਦੀ ਹੈ। ਜਿਹੜੀ ਮੱਕੜੀ ਹੈ ਉਹ ਜਾਲੇ ਦਾ ਉਪਾਦਾਨ ਕਾਰਨ ਵੀ ਹੈ, ਉਹ ਨਿਮਿਤ ਕਾਰਨ ਵੀ ਹੈ। ਜਿਹੜਾ ਸਾਧ ਸੰਗ ਜੀ ਘੁਮਿਆਰ ਹੈ ਭਾਂਡੇ ਬਣਾਉਂਦਾ ਹੈ, ਉਹ ਸਾਧ ਸੰਗ ਜੀ ਉਹਦਾ ਨਿਮਿਤ ਕਾਰਨ ਡੰਡਾ ਵੀ ਹੈ, ਉਹਦਾ ਚੱਕ ਵੀ ਹੈ, ਘੁਮਿਆਰ ਵੀ ਹੈ। ਉਪਾਦਾਨ ਕਾਰਨ ਕੀ ਹੈ? ਮਿੱਟੀ, ਮਿੱਟੀ ਦਾ ਹੀ ਘੜਾ ਬਣਿਆ। ਪਰ ਇੱਧਰ ਸਾਧ ਸੰਗ ਜੀ ਸੰਸਾਰ ਦੇ ਕਰਤੇ ਤਾਂ ਰਹਿੰਦੇ ਵੱਖਰੇ, ਘੁਮਿਆਰ ਭਾਂਡੇ ਤੋਂ ਵੱਖਰਾ, ਬਣਾ ਕੇ ਵੀ ਵੱਖਰਾ ਹੈ। ਪਰ ਵਾਹਿਗੁਰੂ ਐਸਾ ਨਹੀਂ, ਉਹ ਸੰਸਾਰ ਦਾ ਉਪਾਦਾਨ ਕਾਰਨ ਵੀ ਆਪ ਹੀ, ਸੰਸਾਰ ਦਾ ਨਿਮਿਤ ਕਾਰਨ ਵੀ ਆਪ ਹੀ ਹੈ, ਕਿਉਂਕਿ ਆਪਣੀ ਮਾਇਆ ਆਪ ਸਾਰੀ। ਸੋ ਇਸ ਕਰਕੇ ਤਾਂ ਕਿਹਾ ਉਸ ਨੂੰ ਕਰਨ ਕਾਰਨ ਪ੍ਰਭ ਏਕ ਹੈ। ਉਹ ਇੱਕ ਅਖੰਡ ਚੇਤਨ ਵਾਹਿਗੁਰੂ ਪਰਮੇਸ਼ਰ ਹੈ। ਖਾਲਸਾ ਜੀ ਦਾ ਉਪਾਸਕ ਹੈ ਜੀ। ਜੋ ਕਰੇ ਸੋ ਹੋਏ, ਜੋ ਕਰਦਾ ਉਹੀ ਹੁੰਦਾ, ਉਹਦੇ ਹੁਕਮ ਤੋਂ ਬਿਨਾਂ ਕੁਛ ਨਹੀਂ ਹੁੰਦਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਜੋ ਕਰਦਾ ਉਹੀ ਹੁੰਦਾ ਹੈ। ਖਿਨ ਮਹਿ ਥਾਪ ਥਾਪਦਾ, ਇੱਕ ਛਿਨ ਦੇ ਵਿੱਚ ਸਾਧ ਸੰਗ ਜੀ ਸੰਸਾਰ ਨੂੰ ਪੈਦਾ ਕਰਦਾ ਹੈ। ਇੱਕ ਛਿਨ ਦੇ ਵਿੱਚ ਹੀ ਸਾਧ ਸੰਗ ਜੀ ਉਥਾਪ ਦਾ ਲੈਤਾ ਵੀ ਕਰ ਦਿੰਦਾ ਹੈ। ਉਤਪਤ ਲੈਤਾ ਪਾਲਣਾ, ਇਹ ਤਿੰਨੇ ਉਹਦੀਆਂ ਸ਼ਕਤੀਆਂ ਆਪਣੀਆਂ ਹਨ। ਤਿਸ ਬਿਨ ਨਹੀਂ ਕੋਈ, ਤੇ ਨਾ ਉਤਪਤੀ ਕਰਨ ਵਾਲਾ ਹੋਰ ਕੋਈ, ਨਾ ਪਾਲਣਾ ਕਰਨ ਵਾਲਾ, ਨਾ ਸੰਘਾਸ ਕਰਨ ਵਾਲਾ, ਉਹ ਤੇ ਬਿਨਾ ਹੋਰ ਕੋਈ ਨਹੀਂ ਹੈ। ਖੰਡ ਬ੍ਰਹਮੰਡ ਪਾਤਾਲ ਦੀਪ, ਉਹ ਸਾਧ ਸੰਗ ਜੀ ਜਿੰਨੇ ਵੀ ਖੰਡ, ਇੱਕ ਬ੍ਰਹਮੰਡ ਦੇ ਅੰਦਰ 9 ਖੰਡ ਮੰਨੇ ਆ, 7 ਦੀਪ ਮੰਨੇ ਨੇ, ਪਰ ਇੱਕ ਖੰਡ ਥੋੜੀ ਹੈ। ਇੱਕੋ ਹੀ ਸਾਧ ਸੰਗ ਬ੍ਰਹਮੰਡ ਥੋੜਾ ਹੈ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇ ਕਿੰਨੇ ਹੀ ਸਾਧ ਸੰਗ ਜੀ ਬ੍ਰਹਮੰਡ। ਤੇ ਐਸਾ ਜੋ ਪਰਮੇਸ਼ਰ ਵਾਹਿਗੁਰੂ ਹੈ, ਅੱਖ ਦੇ ਪਰ ਫੋਰੇ ਜਿਹਨੇ ਸਮੇਂ ਦੇ ਅੰਦਰ ਉਹ ਪੈਦਾ ਵੀ ਕਰਦਾ ਤੇ ਲੈਜ਼ ਵੀ ਕਰ ਦਿੰਦਾ ਹੈ। ਖੰਡ ਬ੍ਰਹਮੰਡ ਪਾਤਾਲ ਦੀਪ ਸਾਰਿਆਂ ਦੇ ਅੰਦਰ ਰਵਿਆ ਸਭ ਲੋਈ, ਉਹ ਲੋਈ ਪ੍ਰਕਾਸ਼ ਰੂਪ ਸਾਰੇ, ਜਾਂ ਲੋਈ ਲੋਕਾਂ ਦੇ ਅੰਦਰ ਵਾਹਿਗੁਰੂ ਸਾਰੇ ਮਿਲਿਆ ਹੋਇਆ ਹੈ। ਕਿਵੇਂ ਮਿਲਿਆ ਹੈ? ਸਗਲ ਬਨਸਪਤ ਮਹਿ ਬਸੰਤਰ। ਕੋਈ ਤੀਲਾ ਹੈ ਖਾਲਸਾ ਜੀ ਐਸਾ ਜਿਹਦੇ 'ਚ ਅੱਗ ਨਾ ਹੋਵੇ? ਛੋਟਾ ਜਿਹਾ ਤੀਲਾ ਲੈ ਲਓ, ਅੱਗ ਤਾਂ ਉਹਦੇ 'ਚ ਵੀ ਹੈਗੀ। ਵੱਡੀਆਂ ਲੱਕੜਾਂ ਲੈ ਲਓ, ਉਹਦੇ 'ਚ ਵੀ ਹੈਗੀ। ਸਗਲ ਬਨਸਪਤ ਮਹਿ ਬਸੰਤਰ, ਸਗਲ ਦੁੱਧ ਮਹਿ ਘੀਆ। ਦੁੱਧ ਦੀ ਇੱਕ ਬੂੰਦ ਲਾ ਦਿਓ, ਘੀ ਉਹਦੇ ਵਿੱਚ ਵੀ ਹੈ। ਤੇ ਇਸ ਕਰਕੇ ਸਾਧ ਸੰਗ ਜੀ ਊਚ ਨੀਚ ਮੈਂ ਜੋਤ ਸਮਾਣੀ, ਕਟ ਕਟ ਮਾਧੋ ਜੀਆ। ਤੇਰੀ ਜੋਤ ਸਾਰਿਆਂ ਦੇ ਸਭ ਮੈਂ ਜੋਤ, ਜੋਤ ਹੈ ਸੋਏ ਤੇ ਦੇ ਚਾਨਣ ਸਭ ਮੈਂ ਚਾਨਣ ਹੋਏ। ਸਾਰੀ ਜਗ੍ਹਾ ਤੂੰ, ਇਸ ਕਰਕੇ ਰਵਿਆ ਸਭ ਲੋਈ, ਤੂੰ ਸਾਰੀ ਜਗ੍ਹਾ ਵਿਆਪਕ ਹੈ ਜੀ। ਜਿਸ ਆਪ ਬੁਝਾਏ ਸੋ ਬੁਝ ਸੇ, ਕਹਿੰਦੇ ਮਹਾਰਾਜ ਇੰਨਾ ਨੇੜੇ ਰਹਿੰਦਾ ਹੈ, ਸਾਰਿਆਂ ਦੇ ਵਿੱਚ ਹੈ, ਦਿਸਦਾ ਕਿਉਂ ਨਹੀਂ? ਕਹਿੰਦੇ ਭਾਈ ਸੂਰਜ ਤਾਂ ਹੁੰਦਾ ਹੈ ਪਰ ਉੱਲੂ ਨੂੰ ਨਹੀਂ ਦਿਸਦਾ। ਫਿਰ ਉੱਲੂ ਦੀ ਮੰਨੀਏ ਕਿ ਜਾਂ ਅੱਖਾਂ ਵਾਲਿਆਂ ਦੀ ਮੰਨੀਏ, ਜਿਹੜੇ ਕਹਿੰਦੇ ਸੂਰਜ ਦੁਪਹਿਰ ਦਾ ਆ ਗਿਆ, ਸੂਰਜ ਢਲ ਗਿਆ, ਸੂਰਜ ਚੜ੍ਹ ਗਿਆ। ਅੱਖਾਂ ਵਾਲਿਆਂ ਦੀ ਮੰਨਣੀ ਪਊਗੀ, ਕਿਉਂਕਿ ਉੱਲੂ ਸਾਧ ਸੰਗ ਜੀ ਸੂਰਜ ਚੜ੍ਹਦੇ ਦੇ ਨਾਲ ਹੀ ਨਾ ਅੰਨਾ ਹੋ ਜਾਂਦਾ। ਮੈਂ ਤਜਰਬਾ ਕਰਕੇ ਦੇਖਿਆ ਕਿ ਤੂੜੀ ਵਾਲੇ ਵੜ ਗਿਆ ਸੀ ਸਾਡੇ ਡੰਗਰਾਂ ਵਾਲੇ, ਮੈਂ ਕੱਢ ਕੇ ਲਿਆ ਕੇ ਬਾਹਰ ਦੇਖਿਆ, ਸਾਧ ਸੰਗ ਅੱਖਾਂ ਤੋਂ ਉਹਨੇ ਐਂ ਡਿੱਗ ਜਾ ਕਰੇ ਇੱਕ ਪਾਸੇ ਨੂੰ ਹੋ ਕੇ। ਮੈਂ ਕਿਹਾ ਵੀ ਠੀਕ ਹੈ, ਜਿਹੜੀ ਇਹ ਰਵਾਇਤ ਚੱਲੀ ਹੈ। ਇਸ ਤਰ੍ਹਾਂ ਉੱਲੂ ਦੀ ਤਰ੍ਹਾਂ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ ਦਿਸਦਾ। ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ। ਸਾਧ ਸੰਗ ਜੀ ਇਹ ਹੁਣ ਟੇਢੇ ਢੰਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਤੋੜਨ ਦੀਆਂ ਯੋਜਨਾਵਾਂ ਚੱਲੀਆਂ। ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਦੇ ਕੋਲ ਇੱਕ ਉਦਾਸੀ ਸੰਤ ਆਇਆ। ਬੜੇ ਅਫਸੋਸ ਦੀ ਗੱਲ ਵੀ, ਉਦਾਸੀਆਂ ਦੇ ਵਿੱਚ ਤਾਂ ਭਾਵਨਾ ਹੁੰਦੀ, ਪਰ ਨਾਸਤਕ ਬੰਦਾ ਆ ਕੇ ਕਹਿੰਦਾ ਸੰਤਾਂ ਨੂੰ, ਕਹਿੰਦਾ ਜੀ ਜਿਹੜਾ ਤੁਸੀਂ ਆਪ ਪੜ੍ਹਦੇ ਹੋ ਨਾ, ਗੁਰੂ ਮੰਨਦੇ ਹੋ ਗ੍ਰੰਥ ਜੀ ਪ੍ਰਗਟ ਗੁਰਾਂ ਦੀ ਦੇ, ਕਹਿੰਦਾ ਮੈਂ ਤਾਂ ਨਹੀਂ ਮੰਨਦਾ। ਸੰਤ ਕਹਿੰਦੇ ਫੇਰ ਕੀ ਹੋ ਜਾਊਗਾ ਜੇ ਤੂੰ ਨਹੀਂ ਮੰਨਦਾ? ਘਾਟਾ ਪੈ ਜੂ ਕੋਈ ਪੰਥ ਨੂੰ, ਨਾ ਮੰਨ। ਕਹਿੰਦੇ ਨਹੀਂ ਨਹੀਂ ਤੁਸੀਂ ਸਿੱਧੇ ਨਹੀਂ ਕਰ ਸਕਦੇ। ਕਹਿੰਦੇ ਇਹ ਦਾਵਾ ਨਾ ਕਰ, ਮੈਂ ਸਿੱਧ ਕਰ ਸਕਦਾ। ਕਹਿੰਦਾ ਜੀ ਫਿਰ ਦੇ ਜਿਹੜੀ ਆ ਉਹ ਤਾਂ ਸਾਹ ਲੈਂਦੀ ਹੁੰਦੀ ਆ, ਤੁਹਾਡਾ ਗੁਰੂ ਗ੍ਰੰਥ ਸਾਹਿਬ ਸਾਹ ਲੈਂਦਾ ਕਿ? ਮਹਾਂਪੁਰਖ ਕਹਿੰਦੇ ਵਾਹਿਗੁਰੂ ਵਾਹਿਗੁਰੂ। ਕਹਿੰਦੇ ਇੱਥੇ ਪਹੁੰਚ ਗਿਆ ਤੂੰ? ਕਹਿੰਦੇ ਜੇ ਸਾਹ ਲੈਂਦਾ ਦਿਖਾ ਦਈਏ ਫਿਰ ਮੰਨ ਜਾਏਗਾ? ਕਹਿੰਦਾ ਜੀ ਹਾਂ ਫਿਰ ਮੰਨ ਜੂ ਅਖੇ। ਕਹਿੰਦਾ ਕੋਈ ਬਾਤ ਨਹੀਂ। ਸੰਤ ਬਾਬਾ ਆਤਰ ਸਿੰਘ ਜੀ ਮਹਾਂਪੁਰਸ਼ ਕਹਿੰਦੇ ਹੁਣ ਤੂੰ ਸੁਖਾਸਨ ਵੇਲੇ ਤੱਕ ਮੇਰੇ ਨਾਲ ਹੀ ਰਹੀਂ। ਮਹਾਰਾਜ ਦਾ ਸੁਖਾਸਨ ਕੀਤਾ, ਪਲੰਘ ਤੇ ਬਿਰਾਜਮਾਨ ਕੀਤਾ, ਉੱਪਰ ਸਾਧ ਸਿੰਘ ਬਸਤਰ ਪਾਇਆ। ਮਹਾਂਪੁਰਖ ਵੇ ਹੱਥ ਜੋੜ ਕੇ, ਦੋਵੇਂ ਹੱਥ ਜੋੜ ਕੇ ਪਹਿਲਾਂ ਹੁਣ ਸੰਤ ਨੂੰ ਕਹਿੰਦੇ ਦੇਖ ਹੁਣ ਸਾਡੇ ਸਤਿਗੁਰੂ ਜੀ ਇਸ ਵੇਲੇ ਬਿਰਾਜ ਗਏ, ਹੁਣ ਸਾਡੇ ਸਤਿਗੁਰੂ ਆਰਾਮ। ਕਹਿੰਦੇ ਭਾਵਨਾ ਸਿੱਖ ਦੀ ਤੇ ਅਰਦਾਸ ਕੀਤੀ। ਕਹਿੰਦੇ ਹੇ ਕਲਗੀਧਰ ਪਾਤਸ਼ਾਹ, ਤੈਂ ਆਪਣੇ ਸਰੀਰ ਨੂੰ ਓਹਲੇ ਕਰਨ ਵੇਲੇ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੜ ਲਾ ਕੇ ਇਹ ਕਿਹਾ ਸੀ ਕਿ ਪ੍ਰਗਟ ਗੁਰਾਂ ਦੀ ਦੇਹ ਹੈ। ਔਰ ਗੁਰੂ ਅਰਜਨ ਦੇਵ ਨੇ ਇਹ ਗੱਲ ਕਹੀ ਸੱਚੇ ਪਾਤਸ਼ਾਹ ਨੇ,
ਸ੍ਰੀ ਗੁਰੂ ਕੇਰ ਸਰੀਰ ਜੋ ਸਾਵਧਾਨ ਸਮੇਂ ਸਭ ਨਾਮ ਦਰਸਾਏ ਹੈ ਗ੍ਰੰਥ ਰਦਾ ਗੁਰ ਕੋ ਇਵਾਨਾ ਉਤਮ ਹੈ ਸਾਵਕਾਰ ਰਹੇ ਹੈ ਮੇਰੇ ਸਰੂਪ ਤੇ ਜਾਤੇ ਹੈ ਦੀਰਘ ਸਾਹਿਬ ਜਾਣ ਅਦਾਇਬ ਕਹੇ ਹੈ ਆਪਣਾ ਮਾਲਕ ਜਾਣ ਕੇ ਸਾਹਿਬ ਜਾਣ ਕੇ ਅਦਬ ਕਰਿਓ ਪੂਜੋ ਚੰਦਨ ਕੇਸਨ ਕੋ ਘਾਸ ਧੂਫ ਕਹਿ ਕੇ ਫੂਲ ਚੜਾਇਆ ਤਾਂ ਧੂਫਾਂ ਵੀ ਮਨਮਤ ਦਿਸਦੀਆਂ ਗੁਰੂ ਅਰਜਨ ਦੇਵ ਦੇ ਵੇਲੇ ਨਹੀਂ ਸੀ ਧੂਫਾਂ ਮਨਮਤ ਭਾਈ ਅੱਜ ਦਿਸਦੀਆਂ ਧੂਫ ਕਹਿ ਕੇ ਫੂਲ ਚੜਾਇਆ ਤੇ ਉਸ ਵੇਲੇ ਮਹਾਂਪੁਰਖਾਂ ਨੇ ਕਹੇ ਕਲਗੀਧਰ ਪਾਤਸ਼ਾਹ ਇਹ ਤੇਰੇ ਨਿਮਾਣੇ ਸਿੱਖ ਨੇ ਤੇਰੇ ਕੋਲੋਂ ਕਦੇ ਨਹੀਂ ਸੀ ਕੁਝ ਮੰਗਿਆ ਤੇਰੇ ਦੀਦਾਰ ਮੰਗੇ ਸੀ ਤੂੰ ਮੈਨੂੰ ਬਖਸ਼ਦੇ ਸੀ ਪਰ ਅੱਜ ਪੰਥ ਦਾ ਮਸਲਾ ਆ ਗਿਆ ਹੈ ਇਹ ਨਾਸਤ ਖੜਾ ਹੈ ਤੇਰੇ ਚਰਨਾਂ ਦੇ ਅੰਦਰ ਮੇਰੀ ਪੈਜ ਰੱਖਣ ਵਾਸਤੇ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਇੱਕ ਵਾਰੀ ਇਹਨੂੰ ਸਾਹ ਲੈ ਕੇ ਦਿਖਾ ਦਿਓ ਤਾਂ ਕਿ ਇਹਦੀ ਤਸੱਲੀ ਹੋ ਜਾਏ ਅਰਦਾਸ ਕੀਤੀ ਮੱਥਾ ਟੇਕ ਕੇ ਸੰਤ ਭਾਵਕ ਹੋ ਗਏ ਕਹਿੰਦੇ ਸੰਤ ਜੀ ਪਰਦਾ ਨਾ ਚੱਕੀ ਕਹਿੰਦੇ ਲਾਹ ਉੱਤੇ ਹੱਥ ਜੋ ਹੱਥ ਧਰਿਆ ਜਿਵੇਂ ਭੇਡਾਂ ਢੇਡਾਂ ਫੈਲਦਾ ਵੀ ਹੈ ਹੇਠਾਂ ਵੀ ਹੁੰਦਾ ਹੈ ਤਾਹਾਂ ਮਾਰੀਆਂ ਉੱਚੇ ਉੱਚੇ ਰੋ ਕੇ ਕਹਿੰਦਾ ਹੇ ਗੁਰੂ ਗੋਬਿੰਦ ਸਿੰਘ ਉਦਾਸੀ ਸੰਤ ਕਹਿੰਦਾ ਮੈਨੂੰ ਬਖਸ਼ ਲਓ ਮੈਂ ਚਿੰਕਾ ਤੁਹਾਡੇ ਸ਼ੰਕਾ ਕੀਤੀ ਕਹਿੰਦਾ ਬਾਬਾ ਆਤਰ ਸਿੰਘ ਜੀ ਅੱਜ ਤੱਕ ਤੁਸੀਂ ਕਹਿੰਦੇ ਸੀ ਪ੍ਰਗਟ ਦੇ ਹੈ ਅੱਜ ਤੋਂ ਬਾਅਦ ਇਹ ਉਦਾਸੀ ਸੰਤ ਕਹੂਗਾ ਕਿ ਪ੍ਰਗਟ ਦੇ ਹੈ ਗੁਰੂ ਗ੍ਰੰਥ ਸਾਹਿਬ ਸਤਿ ਸ੍ਰੀ ਅਕਾਲ। ਸੋ ਇਸ ਕਰਕੇ ਸਾਧ ਸੰਗਤ ਜੀ ਐਸੀ ਜੋ ਪ੍ਰਗਟ ਗੁਰਾਂ ਦੀ ਦੇਹ ਹੈ ਕਿ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦਾ ਹੀ ਪਾਵਨ ਮਹਾਭਾਗ ਸੀ ਜਿਹਦੇ ਵਿੱਚ ਸਾਧ ਸੰਗਤ ਜੀ ਜਿਸ ਆਪ ਬੁਝਾਏ ਸੋ ਬੁਝ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਦਸੇ ਗੁਰੂ ਸਾਹਿਬਾਨਾਂ ਦੇ ਪ੍ਰਤੱਖ ਦਰਸ਼ਨ ਕਰਾਏ ਭਿੰਡਰੀ ਅਕਾਲ ਕੁਟੀਆ ਆ ਇੱਕ ਸਿੰਘ ਨਹੀਂ ਸੀ ਸਾਧਨਾ ਕਰਾਈ ਪਹਿਲਾਂ ਉਹਨਾਂ ਨੂੰ ਔਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਉਸੇ ਪੀੜੇ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਉਹ ਥੋੜ੍ਹੇ ਸਮੇਂ ਲਈ ਲੋਭ ਇਹ ਤਾਂ ਭਾਈ ਜਿਹੜੇ ਅਭੇਦ ਹੋਏ ਨੇ ਜਿਨ੍ਹਾਂ ਦੀਆਂ ਕਰਤਾ ਮੰਨਦਾ ਪਰ ਕੂੜੇ ਮੂਰਖ ਦੀਆਂ ਤਾਂ ਫਿਰ ਠੀਸਾਂ ਗੱਪਾਂ ਹੁੰਦੀਆਂ ਜੋ ਪ੍ਰਹਿਮਾਨੇ ਮੈਂ ਉਹਨਾਂ ਦੀ ਗੱਲ ਕਰਦਾ ਸੋ ਇਸ ਕਰਕੇ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜਿਸ ਆਪ ਬੁਝਾਏ ਸੋ ਬੁਝ ਸੀ ਉਹ ਬ੍ਰਹਮ ਨੂੰ ਉਹ ਜਾਣਦਾ ਜਿਹਨੂੰ ਉਹ ਜਣਾ ਦੇਵੇ ਨਿਰਮਲ ਜਨ ਸੋਈ ਪੜ੍ਹਦੀ ਨਿਰਮਲ ਜਨ ਸੋਈ ਉਹ ਜਨ ਕਹੀਏ ਸੇਵਕ ਨਿਰਮਲ ਮਹਿਲ ਤੋਂ ਰਹਿਤ ਸਾਧ ਸੰਗਤ ਜੀ ਉਹਦੇ ਅੰਦਰ ਕੋਈ ਰਾਗ ਦਵੈਸ਼ ਦੀ ਮੈਲ ਨਹੀਂ ਰਹਿੰਦੀ ਇਹ ਮੁੱਖ ਵਾਕ ਦੀ ਕਥਾ ਸੀ ਸਾਧ ਸੰਗਤ ਜੀ ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਮਹਾਰਾਜ ਸਾਹਿਬ ਜੀ ਦੀਆਂ ਸਾਜੀਆਂ ਨਿਵਾਜੀਆਂ ਸਾਰੀਆਂ ਸੰਗਤਾਂ ਨਿਹੰਗ ਸਿੰਘ ਸੰਪਰਦਾ ਕਾਰ ਸੇਵਾ ਵਾਲੀ ਸੰਪਰਦਾ ਤੇ ਰਾੜਾ ਸਾਹਿਬ ਸੰਪਰਦਾ ਜਿਹੜਾ ਵੱਡਾ ਸਮਾਗਮ ਉੱਥੇ ਸਾਧ ਸੰਗਤ ਜੀ ਰਹਿ ਸਲਿੱਪ ਜਿੱਥੇ 31/1/2 ਦਾ ਵੱਡਾ ਸਮਾਗਮ ਹੋ ਰਿਹਾ ਸੰਗਤਾਂ ਨੇ ਉੱਥੇ ਵੀ ਦਰਸ਼ਨ ਦੇਣੇ ਹੈ ਦਾਸ ਦਾ ਵੀ ਸਰੀਰ ਉੱਥੇ ਹਾਜ਼ਰ ਹੈ ਔਰ ਨਿਹੰਗ ਸਿੰਘ ਸੰਪਰਦਾ ਤੋਂ ਵਾਲਾ ਕਾਰ ਸੇਵਾ ਵਾਲੇ ਮਹਾਂਪੁਰਸ਼ ਤੇ ਸੇਵਾ ਪੰਥੀ ਮਹਾਂਪੁਰਸ਼ ਉਦਾਸੀ ਮਹਾਂਪੁਰਸ਼ ਨਿਰਮਲੇ ਸੰਤ ਸਾਰੀਆਂ ਸੰਪਰਦਾ ਦੇ ਨਾਲ ਦਮਦਮੀ ਟਕਸਾਲ ਦਾ ਰਿਸ਼ਤਾ ਹੈ ਪਿਆਰ ਹੈ ਹਾਂ ਇਹ ਗੱਲ ਵੱਖਰੀ ਹੈ ਕਿਸੇ ਦੇ ਖਾਣਿਆਂ ਦੇ ਆਧਾਰ ਤੇ ਕੋਈ ਮਤ ਭੇਦ ਹੋਵੇ ਉਹ ਇੱਕ ਗੱਲ ਵੱਖਰੀ ਹੈ ਇਸ ਕਰਕੇ ਸਾਧ ਸੰਗਤ ਜੀ ਕਿਸੇ ਗੱਲ ਦਾ ਕਈ ਵਾਰ ਕੀ ਹੁੰਦਾ ਨਾ ਅਰਥ ਕੱਢਣ ਵਾਲੇ ਨਾ ਹੋਰ ਦਾ ਹੋਰ ਅਰਥ ਕੱਢ ਲੈਂਦੇ ਆ ਤੇ ਉਹਨੂੰ ਭਾਵਨਾ ਨੂੰ ਸਮਝਣਾ ਚਾਹੀਏ ਆ ਕਈ ਕੱਢਦੇ ਆ ਕੱਲ ਵੀ ਪੁੱਠਾ ਅਰਥ ਕੱਢਿਆ ਕਿਸੇ ਨੇ ਮੈਨੂੰ ਪਤਾ ਲੱਗਿਆ ਇਹ ਇਸ ਤਰ੍ਹਾਂ ਸੀ ਇੱਕ ਬਾਦਸ਼ਾਹ ਦੇ ਸਾਧ ਸੰਗਤ ਜੀ ਲੜਕੀ ਸੀ ਇੱਕ ਵਜ਼ੀਰ ਦੀ ਕੁੜੀ ਇੱਕ ਬਾਹਮਣਾ ਦੀ ਕੁੜੀ ਸੌਣ ਦਾ ਮਹੀਨਾ ਤਿੰਨੇ ਖੜੀਆਂ ਬਾਹਰ ਰਾਜ ਦਰਬਾਰ ਦੇ ਵਿੱਚ ਉਹ ਜਿਹੜਾ ਕੰਮ ਕਰਦਾ ਸੀ ਭਾਈ ਕੋਲ ਨੂੰ ਲੰਘਿਆ ਜਾਵੇ ਉਹ ਇੱਕ ਕਹਿੰਦੀ ਮਾਸ ਬੜਾ ਅੱਛਾ ਹੈ ਉਹ ਕਹਿੰਦਾ ਲੋੜਾ ਆ ਗਿਆ ਰਾਜੇ ਦੀ ਕੁੜੀ ਕਹਿੰਦੀ ਮਾਸ ਖਾਣਾ ਅੱਛਾ ਹੈ ਇਹ ਕਿੱਥੋਂ ਵਿਗੜ ਗਈ ਕੁੜੀ ਇਹ ਰਾਜੇ ਨੂੰ ਸ਼ਿਕਾਇਤ ਕਰਨੀ ਪਊ ਦੂਜੀ ਕਹਿੰਦੀ ਗਾਂ ਕਾ ਹੋ ਤੇਰਾ ਬੇੜਾ ਗਰਕ ਹੋ ਜਾ ਕਹਿੰਦਾ ਇਹ ਕਹਿੰਦੀ ਗਾਂ ਦਾ ਮਾਸ ਹੋਵੇ ਉਹ ਅਕੇ ਅੱਛਾ ਹੁੰਦਾ ਤੀਜੀ ਕਹਿੰਦੀ ਗਲੇ ਕਾ ਹੋ ਗਲਾ ਇੱਕ ਪੰਛੀ ਹੁੰਦਾ ਜਾਨਵਰ ਕਹਿੰਦਾ ਵੀ ਹੁਣ ਤਾਂ ਅੱਤ ਹੋ ਗਈ ਜਾ ਰਾਜੇ ਨੂੰ ਕਹਿੰਦਾ ਤੇਰੀਆਂ ਕੁੜੀਆਂ ਵਿਗੜ ਗਈਆਂ ਨਾਲੇ ਵਜ਼ੀਰ ਦੀ ਨਾਲੇ ਬਾਹਮਣਾ ਦੀ ਕੁੜੀ ਜਾਂ ਆਪਣੀਆਂ ਨੂੰ ਸਾਂਭੋ ਮਾਸ ਦੀਆਂ ਗੱਲਾਂ ਕਰਦੀਆਂ ਨੇ ਕਹਿੰਦਾ ਦਰਬਾਰ ਲਾ ਕੇ ਪੇਸ਼ੀ ਕਰੂੰਗਾ ਪੇਸ਼ੀ ਕਰੀ ਜਦੋਂ ਬੁਲਾਈਆਂ ਕਹਿੰਦੇ ਧੀਏ ਤੇਰੀ ਪੇਸ਼ੀ ਇਸ ਕਰਕੇ ਹੋਈ ਆ ਤਾਂ ਕੱਲ ਕਿਹਾ ਮਾਸ ਅੱਛਾ ਹੈ ਕਹਿੰਦੀ ਜੀ ਕਿਹਾ ਦੂਜੀ ਕੁੜੀ ਵਜ਼ੀਰ ਨੂੰ ਤੈਂ ਕਿਹਾ ਗਾਂ ਕਹੋ ਕਹਿੰਦੀ ਜੀ ਕਿਹਾ ਬਾਹਮਣਾ ਦੀ ਕੁੜੀ ਨੂੰ ਕਿਹਾ ਤੈਂ ਕਿਹਾ ਗਲੇ ਕਹੋ ਕਹਿੰਦੀ ਜੀ ਹਾਂ ਕਿਹਾ ਕਹਿੰਦੇ ਕਿਉਂ ਕਿਹਾ ਇਹ ਕਹਿੰਦੇ ਜੀ ਗੱਲ ਇਸ ਤਰ੍ਹਾਂ ਹੈ ਵੀ ਇਹ ਕੀ ਸਮਝਿਆ ਕਹਿੰਦਾ ਮਾਸ ਕਹਿੰਦੇ ਜੀ ਸੰਸਕ੍ਰਿਤ ਪੜ੍ਹੀ ਹੋਈ ਆ ਮੈਂ ਸੰਸਕ੍ਰਿਤ ਦੇ ਮਾਸ ਮਹੀਨੇ ਨੂੰ ਕਹਿੰਦੇ ਨੇ ਪਿਤਾ ਜੀ ਮੈਂ ਕਿਹਾ ਸੀ ਸਾਵਣ ਦਾ ਮਹੀਨਾ ਬੜਾ ਚੰਗਾ ਹੈ ਕਹਿੰਦੇ ਵਜ਼ੀਰ ਦੀ ਕੁੜੀ ਨੇ ਕੀ ਕਿਹਾ ਇਹ ਕਹਿੰਦੀ ਗਾਂ ਕਹੋ ਕਹਿੰਦੇ ਉਹ ਕਹਿੰਦੀ ਨਹੀਂ ਪਿਤਾ ਜੀ
ਇਹ ਉਹਦੇ ਵਿੱਚ ਸੰਸਕ੍ਰਿਤ ਵਿੱਚ ਗਾਇਕਾ ਗਾਉਣ ਵਾਲੇ ਨੂੰ ਕਹਿੰਦੇ ਨੇ ਸੰਸਕ੍ਰਿਤ ਵਿੱਚ। ਸਾਉਣ ਦਾ ਮਹੀਨਾ ਤਾਂ ਚੰਗਾ ਜੇ ਗਾਉਣ ਵਾਲਾ ਵੀ ਚੰਗਾ ਹੋਵੇ ਨਾਲ। ਉਹ ਕਹਿੰਦੇ ਤੀਜੀ ਬਾਹਮਣਾ ਦੀ ਕੁੜੀ ਤੈਂ ਕੀ ਕਿਹਾ? ਕਹਿੰਦੀ ਮੈਂ ਕਿਹਾ ਵੀ ਗਾਉਣਾ ਤਾਂ ਚੰਗਾ ਜੇ ਗਲੇ ਕਾ ਹੋ, ਜੇ ਗਲਾ ਚੰਗਾ ਹੋਵੇ। ਅਰਥ ਕਿਹੜੇ ਦੇ ਕਿਹੜੇ ਕੱਢ ਕੇ ਰੱਖਤੇ। ਇਸੇ ਤਰ੍ਹਾਂ ਮੇਰਾ ਵੀ ਪੁੱਠਾ ਅਰਥ ਕੱਢ ਲਿਆ ਇਹਨਾਂ ਨੇ ਕਈਆਂ ਨੇ ਕੱਲ੍ਹ। ਸੋ ਇਸ ਕਰਕੇ ਸਾਸ ਜੀ ਉਹਨੂੰ ਭਾਵਨਾ ਨੂੰ ਸਮਝੋ ਮੈਂ ਕੀ ਕਿਹਾ। ਸੋ ਇਹ ਗੱਲਾਂ ਸਮਝਦੀਆਂ ਲੋੜ ਨਹੀਂ। ਸੰਤ ਬਾਬਾ ਅਵਤਾਰ ਸਿੰਘ ਜੀ ਦਾ ਤੇ ਦਾਸ ਦਾ ਜਿਹੜਾ ਨੇ ਹੈ ਉਹ ਕਿਤੇ ਸੰਤ ਅਵਤਾਰ ਸਿੰਘ ਜੀ ਬਾਬਾ ਜੀ ਹੋਰਾਂ ਨੂੰ ਪੁੱਛ ਲਿਓ, ਮੈਨੂੰ ਪੁੱਛਣ ਦੀ ਲੋੜ ਨਹੀਂ। ਔਰ ਬਰਗਾੜੀ ਕਾਂਡ ਦੇ ਸਭ ਤੋਂ ਵੱਧ ਇਸ ਨਿਹੰਗ ਸਿੰਘ ਸੰਪਰਦਾ ਦੇ ਯੋਗ ਪਾਇਆ ਹੈ। ਔਰ ਜਦੋਂ ਸਾਡਾ ਸੰਤ ਸਮਾਜ ਬਣਿਆ 1993 'ਚ ਬਾਬਾ ਦਇਆ ਸਿੰਘ ਸਾਹਿਬ, ਉਸ ਵੇਲੇ ਤੋਂ ਲੈ ਕੇ ਸਾਸ ਜੀ ਕਿਹੜਾ ਪੜਾਅ ਜੀ ਦੇ 'ਚ ਸਹਿਯੋਗ ਨਹੀਂ ਦਿੱਤਾ ਇਹਨਾਂ ਮਹਾਂਪੁਰਖਾਂ ਨੇ। ਰੋਮ ਰੋਮ ਕਰਕੇ ਧੰਨਵਾਦ ਹੈ। ਸੋ ਇਸ ਕਰਕੇ ਸਾਸ ਜੀ ਫਿਰ ਉੱਤੇ ਕੁੜੀਆਂ ਕਹਿੰਦੀਆਂ ਨਾ, ਉਹ ਇੱਕ ਕੁੜੀ ਕਹਿੰਦੀ ਉਹੀ ਹੈ ਉੱਥੇ ਖੜੀ ਕਹਿੰਦੀ ਜੇ ਉਹ ਹੁੰਦਾ ਤਾਂ ਉਹ ਹੁੰਦੇ। ਕਹਿੰਦੀ ਉਹ ਹੈ ਨਹੀਂ ਪਰ ਹੈ ਉਹੀ। ਉਹ ਕਹਿੰਦਾ ਲਓ ਜੀ, ਕਹਿੰਦਾ ਆਹ ਊਲ ਜਲੂਲ ਹੋਰ ਬੋਲਤਾ ਤੁਹਾਡੇ ਖੜੇ ਆ। ਉਹ ਕਹਿੰਦੇ ਬੇਟਾ ਕੀ ਕਿਹਾ ਹੁਣ ਤੈਂ? ਕਹਿੰਦੀ ਹੁਣ ਨਾ ਪਿਤਾ ਜੀ ਪੁੱਛਿਆ ਸੀ, ਕਹਿ ਲੈ ਜਿਹੜਾ ਕੋ ਕਹਿਣਾ ਸੀ ਵੀ ਸ਼ਿਕਾਇਤ ਕਰਨ ਵਾਲੇ ਨੂੰ ਕਿਹਾ। ਕਹਿੰਦੀ ਕੀ ਕਿਹਾ? ਕਹਿੰਦੀ ਪਹਿਲੀ ਨੇ ਕਿਹਾ ਵੀ ਇਹ ਉਹੀ ਹੈ ਵੀ ਪਸ਼ੂ ਹੈ, ਇਹ ਅਰਥ ਨਹੀਂ ਸਮਝਿਆ ਪਸ਼ੂ ਹੈ। ਕਹਿੰਦੀ ਦੂਜੀ ਨੇ ਕੀ ਕਿਹਾ? ਕਹਿੰਦੀ ਉਹਨੇ ਕਿਹਾ ਜੇ ਉਹੀ ਹੁੰਦਾ ਤਾਂ ਉਹ ਹੁੰਦੇ, ਜੇ ਉਹ ਹੁੰਦਾ ਸਿੰਘ ਹੁੰਦੇ ਸੀ, ਸਿੰਘ ਤਾਂ ਹੈ ਨਹੀਂ ਇਹਦੇ। ਤੀਜੀ ਕਹਿੰਦੀ ਭਾਵੇਂ ਉਹ ਨਹੀਂ ਹੈ ਪਰ ਉਹੀ ਹੈ, ਭਾਵੇਂ ਸਿੰਘ ਨਹੀਂ ਹੈ ਪਰ ਹੈ ਤਾਂ ਉਹੀ। ਇਹ ਪਰ ਅਰਥ ਕੱਢਣ ਵਾਲਿਆਂ ਦੀ ਬਿਰਤੀ ਜਾਣਨੀ। ਤੇ ਕਿਸੇ ਦਾ ਦਿਲ ਦੁਖਿਆ ਹੋਵੇ ਦਾਸ ਖੇਮਨ ਦਾ ਜਾਚਕ ਹੈ ਸਿੰਘ ਸਾਹਿਬ ਜੀ ਤੋਂ ਹੱਥ ਜੋੜ ਕੇ ਗੁਰੂ ਰਾਮਦਾਸ ਦੇ ਦਰ ਦੇ ਸੇਵਾਦਾਰ ਤੇ ਸਾਸੀ ਇਹਨਾਂ ਦੀ ਅਸੀਸ ਨਾਲ ਇਹ ਸਮਝਣਾ। ਮੈਂ ਤਾਂ ਬੇਨਤੀ ਕੀਤੀ ਸੀ ਮੈਂ ਪਾਠ ਬੋਲੂੰਗਾ, ਮੈਨੂੰ ਸ਼ਰਮ ਮਹਿਸੂਸ ਹੁੰਦੀ ਹੈ। ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ ਸੇਵਾਦਾਰ ਸਿੱਖ ਵੈਲਫੇਅਰ ਜਿਹੜੇ ਸਾਧ ਸਿੰਘ ਜੀ ਵਰਲਡ, ਜਿਨ੍ਹਾਂ ਨੇ ਜਾ ਕੇ ਲੰਗਰ ਲਾਏ ਬੜੇ ਬੜੀਆਂ, ਉਹਨਾਂ ਨੇ ਮੱਲਾਂ ਬਾਰੀਆਂ, ਮੁਸਲਮਾਨ ਕਵੀ ਵੀ ਤੁਹਾਡਾ ਜਸ ਕਰ ਰਹੇ ਨੇ, ਉਹਨਾਂ ਵੀਰਾਂ ਦਾ ਧੰਨਵਾਦ। ਇਹਦੇ ਨਾਲ ਇਹ ਸਿੱਖ ਸੰਗਤਾਂ ਨੂੰ ਇੱਕ ਬੇਨਤੀ ਵੀ ਹੈ, ਇਹ ਤੁਹਾਡਾ ਆਪਣਾ ਸਮਾਗਮ ਹੈ। ਇਸ ਸਮਾਗਮ ਦੇ ਵਿੱਚ ਜਿੰਨੇ ਵੀ ਸੰਪਰਦਾ ਦੇ ਉਹਨਾਂ ਨੇ ਤਾਂ ਦਸੌਂ ਕੱਢਣਾ। ਇਹਦੇ ਵਾਸਤੇ ਸਾਰੀਆਂ ਸੰਗਤਾਂ ਨੂੰ ਸਾਧ ਸਿੰਘ ਜੀ ਸਹਿਯੋਗ ਦੀ ਲੋੜ ਹੈ। ਤਨ ਮਨ ਧਨ ਕਰਕੇ ਇਹਦਾ ਤਾਂ ਕਿ ਦਿਨ ਦਿਨ ਚੜ੍ਹੇ ਸਵਾਇਆ ਨਾਨਕ ਹੋਤ ਨਾ ਘਾਟ। ਦਾਸ ਇੱਥੇ ਆਪਣੇ ਵਿਚਾਰਾਂ ਨੂੰ ਵਿਸਰਾਮ ਦਿੰਦਾ ਹੈ। ਸਿੰਘ ਸਾਹਿਬ ਜੀ ਪਿਛਲੀ ਪੰਕਤੀ ਬੋਲਣਗੇ। ਸੰਪਰਦਾ ਦਾ ਨਿਯਮ ਹੈ ਸਾਧ ਸਿੰਘ ਜੀ ਵੀ ਮੰਗਲ ਕਰਕੇ ਹੀ ਕਥਾ ਸ਼ੁਰੂ ਕਰਨੀ, ਮੰਗਲ ਕਰਕੇ ਹੀ ਸਮਾਪਤੀ ਕਰਨੀ। ਜੋ ਵੱਡਿਆਂ ਤੋਂ ਸੰਸਕਾਰ ਮਿਲੇ ਹੈ ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖਾਂ ਦੇ ਇੱਕ ਇੱਕ ਅੱਖਰ ਸਾਧ ਸਿੰਘ ਜੀ ਗੁਰਬਾਣੀ ਦੇ ਅਰਥਾਂ ਨੂੰ ਵਿਚਾਰਿਆ, ਸੁਣਿਆ ਤੇ ਉਹਦੇ ਅਨੁਸਾਰ ਮੈਂ ਕੋਸ਼ਿਸ਼ ਕੀਤੀ ਹੈ। ਪਰ ਵੱਡਿਆਂ ਨੇ ਇਹਦੇ ਅਰਥ ਹੋਰ ਵੀ ਬਹੁਤ ਕੀਤੇ ਹੈ, ਮੈਂ ਉਹ ਨਹੀਂ ਕਰ ਸਕਿਆ। ਸਮਝ ਦੀ ਸਾਧ ਸਿੰਘ ਜੀ ਕਿਲਤ ਸੀ। ਆਓ ਇੱਥੇ ਸਮਾਪਤੀ ਪਿਛਲੀ ਤੋਂ। ਜਿਸ ਆਪ ਬੁਝਾਏ ਸੋ ਬੁਝਸੀ, ਨਿਰਮਲ ਜਨ ਸੋਈ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ। ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਧਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ। ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ। ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ, ਮਹਾਰਾਜ ਜੀ। ਮਾਰ ਧੋਂਦੇ ਮੇਰੇ ਤੇ।